ਅਮਨ ਮੋਹਨ ਕਰੋਨਾ ਦੇ ਪਰਛਾਵੇਂ ਦੇ ਹੇਠ ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾਂ ਦਾ ਇਜਲਾਸ ਕੱਲ 2 ਘੰਟਿਆਂ ਦੇ ਕੰਮਕਾਜ ਤੋਂ ਬਾਅਦ ਖਤਮ ਹੋ ਗਿਆ। ਖੇਤੀ ਆਰਡੀਨੈਂਸਾਂ ਨੂੰ ਲੈ ਕੇ ਇੱਕ ਸਰਬਸੰਮਤੀ ਦੇ ਨਾਲ ਮਤਾ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਪਾਸ ਹੋਇਆ ਤੇ 7 ਬਿੱਲ ਵੀ ਇਸ ਨੂੰ ਲੈ ਕੇ ਪਾਸ ਕੀਤੇ ਗਏ। ਵੱਡੀ ਖਬਰ ਕੱਲ ਇਹ ਰਹੀ ਕਿ ਸਦਨ ਦੇ ਵਿੱਚ ਹਾਜ਼ਰ ਸੀ ਨਿਰਮਲ ਸਿੰਘ ਸ਼ੁਤਰਾਣਾ ਤੇ ਨਾਲ ਹੀ ਕੁਲਬੀਰ ਸਿੰਘ ਜੀਰਾ, ਕਾਂਗਰਸੀ ਵਿਧਾਇਕ ਜਿਨ੍ਹਾਂ ਦੀ ਰਿਪੋਰਟ ਪੋਜ਼ਿਟਿਵ ਆਈ। ਜੀਰਾ ਤਾਂ ਕੈਪਟਨ ਅਮਰਿੰਦਰ ਸਿੰਘ ਤੋਂ ਆਸ਼ੀਰਵਾਦ ਵੀ ਲੈਂਦੇ ਨਜ਼ਰ ਆਏ ਤਸਵੀਰਾਂ ਦੇ ਵਿੱਚ ਜੋ ਨਜ਼ਰ ਆ ਰਿਹਾ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਆਪ ਨੂੰ 7 ਦਿਨਾਂ ਦੇ ਲਈ ਇਕਾਂਤਵਾਸ ਕਰ ਲਿਆ। ਪਰ ਇਸ ਵਿਚਾਲੇ ਦਿਲਚਸਪ ਗੱਲ ਇਹ ਹੈਗੀ ਹੈ ਕਿ ਜਿਹੜੇ ਕਾਂਗਰਸ ਦੇ ਆਪਣੇ ਵਿਧਾਇਕ ਸੀ ਉਹ ਤਾਂ ਜਿਹੜੇ ਕਰੋਨਾ ਪੋਜ਼ਿਟਿਵ ਆਏ ਉਹ ਵਿਧਾਨ ਸਭਾ ਦੇ ਵਿੱਚ ਪੁੱਜੇ ਤੇ ਦੂਜੇ ਪਾਸੇ ਵਿਰੋਧੀ ਜਿਹੜੇ ਵਿਧਾਇਕ ਸਨ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਗਿਆ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਵਿਧਾਨ ਸਭਾ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਗਿਆ ਜਿਨ੍ਹਾਂ ਦੀ ਰਿਪੋਰਟ ਪੋਜ਼ਿਟਿਵ ਆਈ ਸੀਗੀ। ਸਵਾਲ ਵੱਡਾ ਇਹੀ ਪੈਦਾ ਹੁੰਦਾ ਹੈ ਕਿ ਇਹ ਜਿਹੜੇ ਪੋਜ਼ਿਟਿਵ ਹੈਗੇ ਨੇ ਬੰਦੇ ਇਹ ਵਿਧਾਨ ਸਭਾ ਦੇ ਵਿੱਚ ਕਿਵੇਂ ਪਹੁੰਚ ਗਏ ਤੇ ਉਸ ਤੋਂ ਬਾਅਦ ਜੇ ਪਹੁੰਚ ਗਏ ਤੇ ਕਿੰਨੇ ਬੰਦਿਆਂ ਦੇ ਸੰਪਰਕ ਦੇ ਵਿੱਚ ਆਏ, ਇਹ ਜਾਂਚ ਦਾ ਵਿਸ਼ਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਭ ਤੋਂ ਪਹਿਲਾਂ ਕਰੋਨਾ ਦੀਆਂ ਜਿਹੜੀਆਂ ਜਾਂਚ ਰਿਪੋਰਟਾਂ ਨੇ ਉਹਨਾਂ ਦੇ ਉੱਤੇ ਸ਼ੰਕਾ ਜ਼ਾਹਰ ਕੀਤਾ ਸੀਗਾ। ਸ਼ੰਕਾ ਇਸ ਕਰਕੇ ਜ਼ਾਹਰ ਕੀਤਾ ਸੀ, ਉਹਨਾਂ ਨੇ ਕਿਹਾ ਸੀ ਕਿ ਕਰੋਨਾ ਦੀ ਆੜ ਦੇ ਵਿੱਚ ਸਰਕਾਰ ਜਿਹੜੇ ਮਸਲਿਆਂ ਤੋਂ ਭੱਜਣਾ ਚਾਹੁੰਦੀ ਹੈ ਤੇ ਜਾਣਬੁੱਝ ਕੇ ਰਿਪੋਰਟਾਂ ਕਦੇ ਨੈਗੇਟਿਵ ਕਦੇ ਪੋਜ਼ਿਟਿਵ ਆ ਰਹੀਆਂ ਨੇ। ਸੋ ਅਮਨ ਅਰੋੜਾ ਜੀ ਸਾਡੇ ਨਾਲ ਜੁੜ ਚੁੱਕੇ ਨੇ। ਅਮਨ ਜੀ, ਹਮਦਰ ਟੀਵੀ ਤੇ ਤੁਹਾਡਾ ਨਿੱਘਾ ਸਵਾਗਤ ਹੈ। ਮਿਹਰਬਾਨੀ, ਧੰਨਵਾਦ ਅਮਨ ਜੀ। ਜੀ ਅਮਨ ਜੀ, ਤੁਸੀਂ ਸਭ ਤੋਂ ਪਹਿਲਾਂ ਸ਼ੰਕਾ ਜ਼ਾਹਰ ਕੀਤਾ ਸੀਗਾ ਕਰੋਨਾ ਨੂੰ ਲੈ ਕੇ ਜਾਂਚ ਰਿਪੋਰਟਾਂ ਦੇ ਉੱਤੇ ਤੇ ਉਸ ਤੋਂ ਬਾਅਦ ਹੁਣ ਜਿਹੜੀ ਖਬਰ ਆ ਰਹੀ ਹੈ ਕੁਲਬੀਰ ਸਿੰਘ ਜੀਰਾ ਤੇ ਨਿਰਮਲ ਸਿੰਘ ਸ਼ੁਤਰਾਣਾ ਵਿਧਾਨ ਸਭਾ ਦੇ ਅੰਦਰ ਐਂਟਰ ਕਰ ਗਏ। ਉਸ ਤੋਂ ਬਾਅਦ ਜਦੋਂ ਬਾਹਰ ਆਉਂਦੇ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕਰੋਨਾ ਦੀ ਰਿਪੋਰਟਾਂ ਪੋਜ਼ਿਟਿਵ ਆਈਆਂ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਉਹ ਕਿਵੇਂ ਅੰਦਰ ਐਂਟਰ ਕਰ ਜਾਂਦੇ ਨੇ? ਕਿਉਂਕਿ ਜਿਸ ਹਿਸਾਬ ਨਾਲ ਸਖਤੀ ਵਰਤੀ ਗਈ ਸੀ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਵੀ ਬੰਦਾ ਨੈਗੇਟਿਵ ਆਇਆ ਤੇ ਜਿਹੜਾ ਵੀ ਬੰਦਾ ਪੋਜ਼ਿਟਿਵ ਆਇਆ ਪੋਜ਼ਿਟਿਵ ਵਾਲੇ ਨੂੰ ਖਾਸ ਤੌਰ ਤੇ ਐਂਟਰ ਕਰਨ ਦੀ ਇਜਾਜ਼ਤ ਨਹੀਂ ਹੋਏਗੀ, ਸਿਰਫ ਨੈਗੇਟਿਵ ਵਾਲਾ ਹੀ ਐਂਟਰ ਕਰ ਸਕੂਗਾ। ਤੇ ਪਰ ਇਹਨਾਂ ਦੇ ਮਾਮਲੇ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਨੇ ਇਹਨਾਂ ਦੀ ਰਿਪੋਰਟਾਂ ਨਾਲ ਹੇਰ-ਫੇਰ ਕੀਤੀ ਹੈ ਤੇ ਕਿੱਥੇ ਗੜਬੜੀ ਰਹਿ ਗਈ? ਨਹੀਂ ਦੇਖੋ ਅਮਨ ਜੀ, ਇਸ ਤਰ੍ਹਾਂ ਹੈ ਕਿ ਮੈਨੂੰ ਪਹਿਲਾਂ ਹੀ ਅੰਦਾਜ਼ਾ ਹੋ ਗਿਆ ਸੀਗਾ ਕਿ ਜਿਸ ਤਰੀਕੇ ਦੇ ਨਾਲ ਡਰਾਮੇ ਕਾਂਗਰਸ ਪਾਰਟੀ ਸਰਕਾਰ ਕਰ ਰਹੀ ਸੀਗੀ ਔਰ ਸਪੀਕਰ ਸਾਹਿਬ ਵੱਲੋਂ ਜਿਸ ਤਰੀਕੇ ਦੇ ਸੁਨੇਹੇ ਦਿੱਤੇ ਜਾ ਰਹੇ ਸੀਗੇ ਉਹ ਤੋਂ ਅੰਦਾਜ਼ਾ ਹੋ ਗਿਆ ਸੀਗਾ। ਔਰ ਜਿਸ ਤਰੀਕੇ ਨਾਲ ਸਾਡੇ ਐਮਐਲਏ ਮਨਜੀਤ ਬਿਲਾਸਪੁਰ ਨੂੰ ਪਹਿਲਾਂ ਨੈਗੇਟਿਵ ਕਿਹਾ ਗਿਆ, ਬਾਅਦ ਚ ਪੋਜ਼ਿਟਿਵ ਕਿਹਾ ਗਿਆ, ਮੈਨੂੰ ਅੰਦਾਜ਼ਾ ਹੋ ਗਿਆ ਸੀਗਾ ਵੀ ਇਸ ਤਰ੍ਹਾਂ ਦਾ ਇਹ ਪ੍ਰਾਇਮਰੀ ਕੰਟੈਕਟ ਡਿਕਲੇਅਰ ਕਰਕੇ ਸਾਨੂੰ ਸਾਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ। ਹੁਣ ਸਰਕਾਰ ਕਿਉਂਕਿ ਕਿਸੇ ਵੀ ਲੋਕ ਮੁੱਦੇ ਨੂੰ ਵਿਚਾਰਨਾ ਨਹੀਂ ਚਾਹੁੰਦੀ ਹੈਗੀ ਤੇ ਸਾਡੇ ਤੋਂ ਨਹੀਂ, ਸਾਡੇ ਪੰਜਾਬ ਦੀ ਜਨਤਾ ਤੋਂ ਭੱਜਣਾ ਚਾਹੁੰਦੀ ਸੀਗੀ। ਇਸ ਕਰਕੇ ਉਹਨਾਂ ਦਾ ਸਾਰਾ ਜ਼ੋਰ ਹੈ ਜਿਹੜਾ ਉਹ ਸਾਨੂੰ ਰੋਕਣ ਦੇ ਉੱਪਰ ਹੀ ਲੱਗ ਗਿਆ। ਅਸੀਂ ਤਾਂ ਫਿਰ ਵੀ ਸਰਕਾਰ ਨੂੰ ਜਾਂ ਸੀਐਮ ਸਾਹਿਬ ਨੂੰ ਉਮਰ ਦਰਾਜ਼ ਨੇ ਸਿਹਤ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਆ। ਤੇ ਵੈਸੇ ਤਾਂ ਖੈਰ ਚਲੋ 3.5 ਸਾਲਾਂ ਦੀ ਇਕਾਂਤਵਾਸ ਦੇ ਵਿੱਚ ਨੇ ਉਹ, ਪਰ ਹੁਣ 7 ਸਾਲਾਂ ਦੇ ਕੁਆਰੰਟਾਈਨ ਦੇ ਵਿੱਚ ਫਿਰ ਦੁਬਾਰਾ ਉਹਨਾਂ ਨੂੰ ਜਾਣਾ ਪੈ ਗਿਆ। ਤੇ ਅਸੀਂ ਇਸ ਚੀਜ਼ ਦਾ ਖਦਸ਼ਾ ਜ਼ਾਹਰ ਕੀਤਾ ਸੀਗਾ ਕਿ ਸਾਨੂੰ ਆਨੇ ਬਹਾਨੇ ਬਣਾ ਕੇ, ਕੱਲ ਤਾਂ ਤੁਸੀਂ ਯਕੀਨ ਕਰੋਗੇ ਕਿ ਸਾਡੇ ਜਿਹੜੇ ਅਸੀਂ ਪੀਪੀ ਕਿਟਸ ਵੀ ਇਸੇ ਕਰਕੇ ਪਾ ਕੇ ਗਏ ਸੀਗੇ ਤਾਂ ਕਿ ਸਾਡੇ ਤੋਂ ਕਿਸੇ ਨੂੰ ਇਨਫੈਕਸ਼ਨ ਨਾ ਹੋ ਜਾਵੇ। ਜਦ ਕਿ ਸਾਡੇ ਸਾਰਿਆਂ ਕੋਲੇ ਨੈਗੇਟਿਵ ਰਿਪੋਰਟ ਸੀਗੀਆਂ। ਗੇਟ ਦੇ ਉੱਪਰ ਵਾਚ ਐਂਡ ਵਾਰਡ ਸਟਾਫ ਨੇ ਸਾਡੇ ਐਮਐਲਏਜ਼ ਨੂੰ, ਮੀਤ ਹੇਅਰ ਨੂੰ ਕਿਹਾ ਗਿਆ ਕਿ ਜੀ ਤੁਹਾਡਾ ਪੀਏ ਪੋਜ਼ਿਟਿਵ ਹੈ। ਮੈਡਮ ਸਰਬਜੀਤ ਕੌਰ ਮਾਣੂਕੇ ਨੂੰ ਕਿਹਾ ਗਿਆ ਕਿ ਤੁਹਾਡੇ ਹਸਬੈਂਡ ਨੇ ਅਜੇ ਤੱਕ ਟੈਸਟ ਨਹੀਂ ਕਰਾਇਆ ਗਿਆ ਹੈਗਾ। ਹਰਪਾਲ ਚੀਮਾ ਜੀ ਨੂੰ ਵੀ ਇਹੀ ਕਿਹਾ ਕਿ ਤੁਹਾਡਾ ਗਨਮੈਨ ਹੈ ਜਿਹੜਾ ਉਹ ਸੈਲਫ ਕੁਆਰੰਟਾਈਨ ਦੇ ਵਿੱਚ। ਸੋ ਅਜਿਹੇ ਰਿਡੀਕੂਲਸ ਬਹਾਨੇ ਬਣਾ ਕੇ ਸਾਨੂੰ ਤਾਂ ਬਾਹਰ ਰੋਕ ਦਿੱਤਾ ਗਿਆ। ਪਰ ਕੁਲਬੀਰ ਸਿੰਘ ਜੀਰਾ ਔਰ ਨਿਰਮਲ ਸਿੰਘ ਸ਼ੁਤਰਾਣਾ ਜਿਹੜੇ ਕਿ ਖੁਦ ਆਪ ਪੋਜ਼ਿਟਿਵ ਨੇ ਉਹ ਸੈਸ਼ਨ ਦੇ ਵਿੱਚ ਪਹੁੰਚ ਜਾਂਦੇ ਨੇ। ਸੀਐਮ ਸਾਹਿਬ ਨਾਲ ਫੋਟੋਆਂ ਵੀ ਖਿਚਾ ਕੇ ਜਾਂਦੇ ਨੇ, ਕੋਲੇ ਬਹਿ ਕੇ ਜਾਂਦੇ ਨੇ। ਸੋ ਇਸ ਤੋਂ ਪਤਾ ਲੱਗਦਾ ਕਿ ਇਹ ਸਰਕਾਰ ਹੈ ਜਿਹੜੀ ਸਿਰਫ ਔਰ ਸਿਰਫ ਕੰਮ ਇਹਨਾਂ ਨੇ ਕੁਝ ਨਹੀਂ ਕਰਨਾ ਹੈਗਾ, ਸਿਰਫ ਔਰ ਸਿਰਫ ਆਪਦੇ ਵਿਰੋਧੀਆਂ ਦੀ ਆਵਾਜ਼ ਦਬਾਉਣ ਦੇ ਵਿੱਚ ਜਦੋਂ ਸਾਰਾ ਤੰਤਰ ਹੈ ਜਿਹੜਾ ਲੱਗ ਜੇ। ਸਪੀਕਰ ਸਾਹਿਬ ਸਾਨੂੰ ਕਹਿ ਰਹੇ ਸੀ, ਸਰਕਾਰ ਵੀ ਕਹਿ ਰਹੀ ਸੀਗੀ ਕਿ ਲਾਅ ਮੇਕਰਸ ਸ਼ੁੱਡ ਨਾਟ ਬੀ ਲਾਅ ਬ੍ਰੇਕਰਸ, ਵੀ ਸਾਨੂੰ ਗਿਆਨ ਦੇ ਰਹੇ ਸੀਗੇ ਕਿ ਤੁਸੀਂ ICMR ਦੀਆਂ ਔਰ MHA ਦੀਆਂ ਗਾਈਡਲਾਈਨਸ ਦੇ ਮੁਤਾਬਕ, ਪ੍ਰੋਟੋਕਾਲ ਦੇ ਮੁਤਾਬਕ ਤੁਸੀਂ ਬਾਹਰ ਰਹੋ ਕਿਉਂਕਿ ਤੁਸੀਂ ਪ੍ਰਾਇਮਰੀ ਕੰਟੈਕਟ ਹੋ। ਸਾਨੂੰ ਕਿਹਾ ਜਾ ਰਿਹਾ ਸੀਗਾ ਕਿ ਤੁਸੀਂ ਰਿਸਪੌਂਸਿਬਲੀ ਐਕਟ ਕਰੋ। ਮੈਂ ਸਪੀਕਰ ਸਾਹਿਬ ਨੂੰ ਔਰ ਪੰਜਾਬ ਸਰਕਾਰ ਨੂੰ ਇਹੀ ਟਵੀਟ ਕਰਕੇ ਪੁੱਛਿਆ ਕਿ ਜੀ ਹੁਣ ਕਿਰਪਾ ਕਰਕੇ ਇਹ ਤਾਂ ਦੱਸ ਦਿਓ ਕਿ ਕਿਹਨੇ ਰਿਸਪੌਂਸਿਬਲੀ ਐਕਟ ਕੀਤਾ ਤੇ ਕਿਹਨੇ ਇਰਰਿਸਪੌਂਸਿਬਲੀ ਜਿਹੜਾ ਵਰਤਾਰਾ ਹੈ ਉਹ ਕੀਤਾ। ਉਹਨੇ ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਇਹ ਸਾਰੀਆਂ ਚੀਜ਼ਾਂ ਦਾ ਜਵਾਬ ਤਾਂ ਹੁਣ ਸਪੀਕਰ ਸਾਹਿਬ ਨੂੰ ਔਰ ਸਰਕਾਰ ਨੂੰ ਦੇਣਾ ਚਾਹੀਦਾ। ਪਰ ਮੈਂ ਸਮਝਦਾ ਨਹੀਂ ਹੈ, ਮੈਨੂੰ ਲੱਗਦਾ ਨਹੀਂ ਹੈ, ਕਿਉਂਕਿ ਬੇਸ਼ਰਮੀ ਦੀ ਇੱਕ ਚਾਦਰ ਹੈ ਜਿਹੜੀ ਉਹ ਸਰਕਾਰ ਨੇ ਪੂਰੇ ਉੱਪਰ ਆਪਦੇ ਪਾ ਰੱਖੀ ਹੈ ਤੇ ਅਸਰ ਉਹਨਾਂ ਦੇ ਕਿਸੇ ਗੱਲ ਦਾ ਹੁੰਦਾ ਨਹੀਂ। ਸਾਡੇ ਤੋਂ ਸਿਰਫ ਔਰ ਸਿਰਫ
ਇਸੇ ਗੱਲ ਕਰਕੇ, ਕਿਉਂਕਿ ਕਿੰਨਾਂ ਨੇ ਕਈ ਇੰਪੋਰਟੈਂਟ ਬਿੱਲ ਸੀਗੇ ਜਿਹਦੇ ਚ ਸਾਨੂੰ ਇਹ ਬਾਹਰ ਰੱਖਣਾ ਚਾਹੁੰਦੇ ਸੀਗੇ, ਪਰ ਅਸੀਂ ਫਿਰ ਵੀ ਦੋ ਬੰਦੇ ਸਾਡੇ ਵੈਸੇ ਹੀ ਪ੍ਰਾਇਮਰੀ ਕੰਟੈਕਟਸ ਨਹੀਂ ਸੀਗੇ, ਬਲਜਿੰਦਰ ਕੌਰ ਜੀ ਔਰ ਕੁਲਤਾਰ ਸੰਧਵਾ, ਔਰ ਤਿੰਨ ਜਣੇ ਅਸੀਂ ਵੈਸੇ ਚਲੇ ਪਹੁੰਚ ਕਿਸੇ ਨਾ ਕਿਸੇ ਤਰੀਕੇ ਅਸੀਂ ਪਹੁੰਚ ਗਏ ਸੀਗੇ। ਤੇ ਸਾਰੇ ਇਸ਼ੂਜ਼ ਨੇ ਜਿਹੜੇ ਪੰਜਾਬ ਦੇ ਰੇਜ਼ ਕਰਨ ਦੀ ਕੋਸ਼ਿਸ਼, ਪਰ ਸਰਕਾਰ ਵੱਲੋਂ ਕੋਈ ਹੀਲਾ ਵਸੀਲਾ ਨਹੀਂ ਛੱਡਿਆ ਗਿਆ ਹੈਗਾ ਸਾਨੂੰ ਰੋਕਣ ਦੇ ਵਿੱਚ। ਸੋ ਅਮਨ ਜੀ, ਜਿਸ ਹਿਸਾਬ ਨਾਲ ਸਰਕਾਰ ਨੇ ਰੋਕਾਂ ਬਥੇਰੀਆਂ ਲਾਈਆਂ ਕਰੋਨਾ ਨੂੰ ਰੋਕਣ ਦੇ ਲਈ, ਪਰ ਸਰਕਾਰ ਦੇ ਆਪਣੇ ਹੀ ਵਿਧਾਇਕ ਜਿਹੜੇ ਹੈਗੇ ਨੇ, ਕਾਂਗਰਸੀ ਵਿਧਾਇਕ ਹੀ ਕਰੋਨਾ ਲੈ ਕੇ ਵਿਧਾਨ ਸਭਾ ਦੇ ਵਿੱਚ ਪੁੱਜ ਗਏ ਤੇ ਉੱਥੇ ਹੋਰ ਵੀ ਕਈ ਜਿਹੜੇ ਵਿਧਾਇਕਾਂ ਦੇ ਉਹ ਸੰਪਰਕ ਦੇ ਵਿੱਚ ਆਏ ਹੋਣਗੇ। ਆਪਣੇ ਆਪ ਦੇ ਇੱਕ ਸਵਾਲ ਵੱਡਾ ਜ਼ਰੂਰ ਬਣ ਜਾਂਦਾ ਹੈ ਕਿ ਲੱਖ ਰੋਕਾਂ ਦੇ ਬਾਵਜੂਦ ਵੀ ਜੇ ਕਰੋਨਾ ਨੂੰ ਵਿਧਾਨ ਸਭਾ ਦੇ ਵਿੱਚ ਜਾਣ ਤੋਂ ਕੈਪਟਨ ਸਰਕਾਰ ਨਹੀਂ ਰੋਕ ਸਕੀ ਤਾਂ ਜਿਹੜੇ ਵਿਰੋਧੀ ਪਾਰਟੀਆਂ ਦੇ ਵਿਧਾਇਕ ਸਨ ਉਹਨਾਂ ਨੂੰ ਤੁਸੀਂ ਪੋਜ਼ਿਟਿਵ ਕਹਿ ਕੇ ਬਾਹਰ ਕਿਉਂ ਬਿਠਾਇਆ ਹੋਇਆ ਸੀ? ਅਮਨ ਅਰੋੜਾ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਜਿਹੜੇ ਤੁਹਾਡੇ ਪਾਰਟੀ ਦੇ ਵਿਧਾਇਕ ਪੋਜ਼ਿਟਿਵ ਆਏ ਨੇ, ਕਰੋਨਾ ਪੋਜ਼ਿਟਿਵ, ਤੇ ਉਹਨਾਂ ਦੀ ਸਿਹਤ ਕਿਵੇਂ ਹੈਗੀ ਆ, ਉਹ ਕੀ ਫੀਲ ਕਰ ਰਹੇ ਨੇ? ਕਿਉਂਕਿ ਰਿਪੋਰਟਾਂ ਦੇ ਉੱਤੇ ਸ਼ੰਕਾ ਜ਼ਾਹਰ ਕੀਤਾ ਸੀਗਾ, ਪਰ ਕਿਸੇ ਦੀ ਆਪਾਂ ਹੈਲਥ ਉੱਤੇ ਸ਼ੰਕਾ ਜ਼ਾਹਰ ਨਹੀਂ ਕਰ ਸਕਦੇ ਜੇ ਉਹ ਬੰਦਾ ਸਿਹਤਯਾਬ ਹੈ ਜਾਂ ਨਹੀਂ ਹੈ। ਇਸ ਵੇਲੇ ਉਹਨਾਂ ਦੀ ਕੀ ਹਾਲਤ ਹੈ ਜੀ ਇਸ ਵੇਲੇ? ਨਹੀਂ, ਸਵੇਰੇ ਸਾਡੀ ਆਪਣਾ ਪ੍ਰਿੰਸੀਪਲ ਬੁੱਧਰਾਮ ਜੀ ਨਾਲ ਗੱਲ ਹੋਈ ਸੀਗੀ, ਉਹ ਕਹਿੰਦੇ ਸੀਗੇ ਕਿ ਬਿਲਕੁਲ ਠੀਕ ਹੈ, ਉਹਨਾਂ ਦੇ ਇਸ ਤਰ੍ਹਾਂ ਦੇ ਕੋਈ ਨਹੀਂ ਹੈਗੇ, ਪਰ ਡੈਫੀਨੇਟਲੀ ਜਦੋਂ ਪੋਜ਼ਿਟਿਵ ਰਿਪੋਰਟ ਆ ਗਈ ਤੇ ਪ੍ਰੀਕਾਸ਼ਨਸ ਸਾਰੀਆਂ ਵਰਤਣੀਆਂ ਪੈਣਗੀਆਂ। ਜੀ ਮਨਜੀਤ ਬਿਲਾਸਪੁਰ ਜੀ ਨਾਲ ਵੀ ਔਰ ਪੰਡੋਰੀ ਸਾਹਿਬ ਨਾਲ ਮੇਰੀ ਕੱਲ ਗੱਲ ਹੋਈ ਸੀਗੀ, ਉਹਨਾਂ ਨੂੰ ਪਰਸੋਂ ਸ਼ਾਮੀ ਗੱਲ ਹੋਈ ਸੀਗੀ, ਉਹਨਾਂ ਨੂੰ ਥੋੜਾ ਬਹੁਤ ਫੀਵਰ ਸੀਗਾ, ਪਰ ਉਹ ਤਾਂ ਸਾਡੇ ਕਿਸੇ ਦੇ ਕੰਟੈਕਟ ਦੇ ਵਿੱਚ ਹੀ ਨਹੀਂ ਆਏ ਹੈਗੇ। ਮਨਜੀਤ ਬਿਲਾਸਪੁਰ ਨੂੰ ਕੱਲ ਤੱਕ ਤਾਂ ਕਿਸੇ ਤਰੀਕੇ ਦਾ ਫੀਵਰ ਜਾਂ ਕੋਈ ਇਸ ਤਰ੍ਹਾਂ ਦਾ ਨਹੀਂ ਸੀਗਾ। ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਸਿੰਪਟਮਸ ਨਹੀਂ ਵੀ ਹੁੰਦੇ ਹੈਗੇ, ਪਰ ਦੈਟ ਡਜ਼ ਨਾਟ ਮੀਨ ਕਿ ਉਹ ਵਿਅਕਤੀ ਲਾਪਰਵਾਹੀ ਵਰਤੇ ਜਾਂ ਪੂਰਾ ਧਿਆਨ ਨਾ ਰੱਖੇ। ਸੋ ਅਸੀਂ ਤਾਂ ਉਹਨੂੰ ਜਦੋਂ ਵੀ ਗੱਲ ਹੁੰਦੀ ਇਹੀ ਕਹਿੰਦੇ, ਭਾਈ ਤੁਸੀਂ ਆਪਦਾ ਵੀ ਆਪਦੇ ਪਰਿਵਾਰ ਦਾ ਧਿਆਨ ਰੱਖੋ, ਤਾਂ ਕਿ ਕਿਉਂਕਿ ਜ਼ਿੰਮੇਵਾਰੀ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੇ ਆਪਾਂ ਗ੍ਰਿਪ ਦੇ ਵਿੱਚ ਆ ਗਏ ਤੇ ਬਾਕੀਆਂ ਨੂੰ ਸਾਡੇ ਤੋਂ ਨਾ ਹੋਵੇ। ਸੋ ਇਸ ਕਰਕੇ ਵੈਸੇ ਅਦਰਵਾਈਜ਼ ਠੀਕ ਨੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਸਾਰੇ ਹੋਮ ਕੁਆਰੰਟਾਈਨ ਦੇ ਵਿੱਚ ਹੀ ਨੇ। ਸੋ ਅਮਨ ਜੀ, ਕਿਉਂਕਿ ਅਦਰਵਾਈਜ਼ ਠੀਕ ਨੇ, ਜਿਹੜੇ ਵਿਧਾਇਕ ਠੀਕ ਨੇ, ਐਵੇਂ ਬਹੁਤ ਸਾਰੇ ਲੋਕ ਵੀ ਕਹਿ ਰਹੇ ਨੇ ਭਾਈ ਅਸੀਂ ਚੰਗੇ ਭਲੇ ਹੈਗੇ ਆ, ਸਾਨੂੰ ਤੁਸੀਂ ਨਾ ਡੱਕੋ ਕਮਰਿਆਂ ਦੇ ਵਿੱਚ, ਪਰ ਰਿਪੋਰਟਾਂ ਜਿਹੜੀਆਂ ਆਉਂਦੀਆਂ ਉਹ ਪੋਜ਼ਿਟਿਵ ਆਉਂਦੀਆਂ ਨੇ। ਜਿੱਦਾਂ ਕਿ ਹੁਣ ਜੀਰਾ ਸਾਹਿਬ ਦੀ ਜਿਹੜੀ ਰਿਪੋਰਟ ਹੈਗੀ, ਕੁਲਬੀਰ ਸਿੰਘ ਜੀਰਾ ਦੀ, ਉਹ ਪਹਿਲਾਂ ਜਿਹੜੀ ਕਰਵਾਉਂਦੇ ਨੇ ਰਿਪੋਰਟ, ਉਹ ਰਿਪੋਰਟ ਆਉਂਦੀ ਹੈ ਪੋਜ਼ਿਟਿਵ, ਦੂਜੀ ਨੈਗੇਟਿਵ, ਫਿਰ ਤੀਜੀ ਆਉਂਦੀ ਹੈ ਤੇ ਉਹ ਵੀ ਪੋਜ਼ਿਟਿਵ ਆਉਂਦੀ ਹੈ। ਇਸ ਕਰਕੇ ਕਦੇ ਰਿਪੋਰਟਾਂ ਕਦੇ ਪੋਜ਼ਿਟਿਵ ਕਦੇ ਨੈਗੇਟਿਵ ਆ ਰਹੀਆਂ ਨੇ, ਪਰ ਤੁਸੀਂ ਸ਼ੰਕੇ ਵੀ ਜ਼ਾਹਰ ਕਰ ਰਹੇ ਹੋ। ਹੁਣ ਸਵਾਲ ਵੱਡਾ ਇਹ ਪੈਦਾ ਹੋ ਜਾਂਦਾ ਹੈ ਕਿ ਸ਼ੰਕਾ ਜਿਹੜਾ ਹੈਗਾ ਉਹ ਸਰਕਾਰ ਦੇ ਉੱਤੇ ਜ਼ਾਹਰ ਕੀਤਾ ਜਾਵੇ ਜਾਂ ਸਿਹਤ ਵਿਭਾਗ ਦੇ ਉੱਤੇ, ਸਿਹਤ ਟੀਮਾਂ ਦੇ ਉੱਤੇ? ਨਹੀਂ, ਦੇਖੋ ਇਹ 'ਚ ਦੋ ਗੱਲਾਂ ਨੇ, ਦੋਨੋਂ ਚੀਜ਼ਾਂ ਨੂੰ ਆਪਾਂ ਮਿਕਸ ਨਹੀਂ ਕਰ ਸਕਦੇ ਅਮਨ ਮੋਹਨ ਜੀ। ਇੱਕ ਤਾਂ ਗੱਲ ਇਹ ਹੈ ਕਿ ਜਿਹੜੇ ਇਹ ਟੈਸਟ ਹੋ ਰਹੇ ਨੇ ਇਹ 100% ਰਿਲਾਇਬਲ ਨਹੀਂ ਹੈਗੇ, ਔਰ ਜਿਸ ਤਰੀਕੇ ਦੇ ਨਾਲ ਇੱਥੇ ਫਲਕਚੁਏਸ਼ਨ ਆਉਂਦੀ ਹੈ ਕਿ ਕਦੇ ਪੋਜ਼ਿਟਿਵ ਕਦੇ ਨੈਗੇਟਿਵ, ਇੰਨਾ ਮੈਨੂੰ ਨਹੀਂ, ਕਿਉਂਕਿ ਮੈਂ ਦਿੱਲੀ ਵੀ ਕਈ ਵਾਰੀ ਗੱਲ ਹੁੰਦੀ ਰਹਿੰਦੀ ਹੈ, ਹੋਰ ਵੀ ਕਈ ਥਾਵਾਂ ਦੇ ਉੱਪਰ ਕਈ ਸਟੇਟਸ ਦੇ ਵਿੱਚ ਗੱਲ ਹੋਈ ਹੈ, ਇੰਨਾ ਕਨਫਿਊਜ਼ਨ ਇੰਨਾ ਕਿਆਸ ਹੋਰ ਕਿਸੇ ਸਟੇਟ ਦੇ ਵਿੱਚ ਨਹੀਂ ਹੈਗਾ ਜਿੰਨਾ ਆਪਣੇ ਪੋਜ਼ਿਟਿਵ ਨੈਗੇਟਿਵ ਨੂੰ ਲੈ ਕੇ। ਨੰਬਰ 1 ਨੰਬਰ 2 ਦੇ ਉੱਪਰ ਜਿਹੜੀ ਤੁਸੀਂ ਗੱਲ ਕਰਦੇ ਹੋ ਸਰਕਾਰ ਦੇ ਉੱਪਰ ਸ਼ੰਕੇ ਜ਼ਾਹਰ ਕਰਨ ਵਾਲੀ, ਉਹ ਤਾਂ ਡੈਫੀਨੇਟਲੀ ਯੈਸ, ਸਾਨੂੰ ਇਹ ਜਿਹੜਾ ਮਨਜੀਤ ਬਿਲਾਸਪੁਰ ਵਾਲਾ ਐਪੀਸੋਡ ਹੈ ਜਿਸ ਤੋਂ ਬਾਅਦ ਮੈਂ ਸ਼ੰਕੇ ਵੀ ਜ਼ਾਹਰ ਕੀਤੇ, ਮੈਨੂੰ ਟੈਸਟ ਰਿਪੋਰਟਸ ਦੇ ਉੱਪਰ ਸ਼ੰਕਾ ਘੱਟ ਸੀਗੀ, ਸਰਕਾਰ ਦੀ ਨੀਅਤ ਉੱਪਰ ਸ਼ੰਕਾ ਜਿਹੜੀ ਉਹ ਵੱਧ ਸੀਗੀ, ਤੇ ਜਿਹੜੀ 2 ਦਿਨਾਂ ਬਾਅਦ ਸੱਚ ਵੀ ਸਾਬਤ ਹੋਈ। ਸੋ ਇਸ ਕਰਕੇ ਜਦੋਂ ਤੁਸੀਂ ਜਦੋਂ ਜੇ ਐਮਐਲਏ ਨੂੰ ਇਸ ਗੱਲ ਕਰਕੇ ਰੋਕੋਗੇ ਵੀ ਤੁਹਾਡਾ ਆਂਢੀ ਗੁਆਂਢੀ, ਤੁਹਾਡਾ ਚਾਚੇ ਦਾ ਪੁੱਤ, ਤੁਹਾਡਾ ਮਾਮੇ ਦਾ ਪੁੱਤ, ਤੁਹਾਡਾ ਸਪੋਰਟਰ, ਤੁਹਾਡਾ ਡਰਾਈਵਰ, ਤੁਹਾਡਾ ਗਨਮੈਨ ਪੋਜ਼ਿਟਿਵ ਨੇ ਜਾਂ ਸੈਲਫ ਕੁਆਰੰਟਾਈਨ ਦੇ ਵਿੱਚ ਨੇ, ਇਸ ਗੱਲ ਕਰਕੇ ਤੁਹਾਨੂੰ ਰੋਕਿਆ ਜਾਂਦਾ ਹੈ, ਇਸ ਤੋਂ ਕੀ ਜ਼ਾਹਰ ਹੁੰਦਾ ਹੈ? ਇਹੀ ਜ਼ਾਹਰ ਹੁੰਦਾ ਕਿ ਤੁਸੀਂ ਵਿਰੋਧੀਆਂ ਦੀ ਆਵਾਜ਼ ਨੂੰ, ਆਪੋਜੀਸ਼ਨ ਦੀ ਆਵਾਜ਼ ਨੂੰ ਸੁਣਨਾ ਹੀ ਨਹੀਂ ਚਾਹੁੰਦੇ ਹੈਗੇ। ਜੇ ਕੁਲਬੀਰ ਜ਼ੀਰਾ ਹੋਣਾ ਦੀ ਵੀ ਜੇ ਗੱਲ ਤੁਸੀਂ ਕਰਦੇ ਹੋ, ਇੱਕ ਕਾਂਗਰਸ ਪਾਰਟੀ ਦੇ ਸੀਨੀਅਰ ਐਮਐਲਏ ਨੇ ਸਾਹਿਬ ਪ੍ਰਗਟ ਸਿੰਘ ਜੀ, ਉਹਨਾਂ ਦਾ ਵੀ ਕਨਫਿਊਜ਼ਨ ਸੀਗਾ ਰਿਪੋਰਟ ਦੇ ਵਿੱਚ, ਇੱਕ ਵਾਰੀ ਪੋਜ਼ਿਟਿਵ ਆਈ ਇੱਕ ਵਾਰੀ ਨੈਗੇਟਿਵ ਆਈ, ਉਹਨਾਂ ਨੇ ਵੀ ਆਪਦੀ ਜ਼ਿੰਮੇਵਾਰੀ ਸਮਝੀ ਤੇ ਉਹ ਨਹੀਂ ਆਏ ਹੈਗੇ ਸੈਸ਼ਨ ਦੇ ਵਿੱਚ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਸਰਕਾਰ ਔਰ ਸਪੀਕਰ ਸਾਹਿਬ, ਵਿਧਾਨ ਸਭਾ ਸੈਕਟਰੀਏਟ ਇੰਨਾ ਹੀ ਸੰਜੀਦਾ ਸੀਗਾ ਐਮਐਲਏ ਮੰਤਰੀਆਂ ਦੀਆਂ ਸਿਹਤਾਂ ਨੂੰ ਲੈ ਕੇ, ਤੇ ਫਿਰ ਸਾਰੇ ਦਾ ਸਾਰਾ ਜ਼ੋਰ ਹੈ ਜਿਹੜਾ ਉਹ ਸਾਡੇ ਤੇ 8-7 ਜਣਿਆਂ ਦੀ ਕਿਉਂ ਲਾਈ ਰੱਖਿਆ? ਮਾੜਾ ਮੋਟਾ ਆਪਦੇ ਵਾਲਿਆਂ ਤੇ ਵੀ ਨਿਗਾਹ ਕਰ ਲੈਂਦੀ ਤੇ ਸ਼ਾਇਦ ਸੀਐਮ ਸਾਹਿਬ ਨੂੰ ਇਕਾਂਤ ਵਾਸਤੇ ਦੁਬਾਰਾ ਨਾ ਜਾਣਾ ਪੈਂਦਾ ਜੀ। ਸੋ ਪ੍ਰਗਟ ਸਿੰਘ ਦੀ ਤੁਸੀਂ ਗੱਲ ਕੀਤੀ ਹੈ, ਕਿਉਂਕਿ ਹਮੇਸ਼ਾ ਜਦੋਂ ਵੀ ਵਿਧਾਨ ਸਭਾ ਦੇ ਵਿੱਚ ਪ੍ਰਗਟ ਸਿੰਘ ਆਉਂਦੇ ਨੇ ਤੇ ਆਪਣੀ ਸਰਕਾਰ ਨੂੰ ਜ਼ਿਆਦਾ ਰਗੜੇ ਲਾਉਂਦੇ ਨੇ, ਕਿ ਤੁਹਾਨੂੰ ਲੱਗਦਾ ਕਿ ਇਸ ਕਰਕੇ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ? ਨਹੀਂ, ਦੇਖੋ ਇਹ ਤਾਂ ਨਹੀਂ ਮੈਂ ਕਹਿ ਸਕਦਾ ਜੀ, ਇਹਦੇ ਬਾਰੇ ਤਾਂ ਉਹੀ ਦੱਸ ਸਕਦੇ ਨੇ ਕਿ ਉਹਨਾਂ ਨੇ ਕੱਲ ਕੋਈ ਇਸ਼ੂ ਰੇਜ਼ ਕਰਨਾ ਸੀਗਾ ਕਿ ਨਹੀਂ ਕਰਨਾ ਸੀਗਾ, ਪਰ ਹਾਂ ਡੈਫੀਨੇਟਲੀ ਯੈਸ, ਉਹਨਾਂ ਦਾ ਮੈਂ ਇਸ ਗੱਲ ਕਰਕੇ ਸਤਿਕਾਰ ਜ਼ਰੂਰ ਕਰਦਾ ਕਿਉਂਕਿ ਉਹ ਜਦੋਂ ਵੀ ਗੱਲ ਕਰਦੇ ਨੇ ਬੜੇ ਠਰਮੇ ਨਾਲ ਕਰਦੇ ਨੇ, ਬੜੀ ਵਜ਼ਨਦਾਰ ਗੱਲ ਕਰਦੇ ਨੇ, ਔਰ ਜੋ ਸੱਚ ਹੁੰਦੀ ਹੈ ਔਰ ਰੱਬ ਲੱਗਦੀ ਗੱਲ ਹੁੰਦੀ ਹੈ, ਜੋ ਲੋਕਾਂ ਦੀ ਆਵਾਜ਼ ਦੀ ਤਰਜਮਾਨੀ
ਉਹ ਕਰਦੇ ਨੇ। ਵਿਧਾਨ ਸਭਾ ਦੇ ਵਿੱਚ ਜਿੰਨਾ ਵੀ ਬੋਲਦੇ ਨੇ, ਬੇਸ਼ੱਕ ਘੱਟ ਬੋਲਦੇ ਨੇ, ਪਰ ਜਿੰਨਾ ਬੋਲਦੇ ਨੇ ਉਹ ਵਜ਼ਨਦਾਰ ਬੋਲਦੇ ਨੇ ਔਰ ਸੱਚ ਬੋਲਦੇ ਨੇ। ਇਸ ਕਰਕੇ ਅਸੀਂ ਉਹਨਾਂ ਦੀ ਕਦਰ ਕਰਦੇ ਹਾਂ। ਹੁਣ ਇਹਦੇ ਬਾਰੇ ਉਹਨਾਂ ਨੇ ਕੱਲ ਕੋਈ ਇਸ਼ੂ ਰੇਜ਼ ਕਰਨਾ ਸੀਗਾ ਜਾਂ ਨਹੀਂ ਕਰਨਾ ਸੀਗਾ, ਇਹਦੇ ਬਾਰੇ ਤਾਂ ਬਿਹਤਰ ਉਹੀ ਦੱਸ ਸਕਦੇ ਨੇ ਜੀ। ਜੀ ਅਮਨ ਜੀ, ਕੱਲ ਪੰਜਾਬ ਭਵਨ ਦੇ ਬਾਹਰ ਆਮ ਆਦਮੀ ਪਾਰਟੀ ਦੇ ਵੱਲੋਂ ਧਰਨਾ ਦਿੱਤਾ ਗਿਆ। ਭਗਵੰਤ ਮਾਨ ਜੀ ਉੱਥੇ ਆਏ, ਵਿਰੋਧੀ ਧਿਰ ਦੇ ਆਗੂ, ਹੋਰ ਵੀ ਤੁਹਾਡੇ ਜਿਹੜੇ ਪਾਰਟੀ ਦੇ ਸਾਰੇ ਵਿਧਾਇਕ, ਤੁਸੀਂ ਉੱਥੇ ਇਕਜੁੱਟ ਹੋਏ ਤੇ ਪ੍ਰੋਟੈਸਟ ਕਰਨ ਦੇ ਦਰਮਿਆਨ ਜੇ ਦੇਖਿਆ ਜਾਵੇ ਤਾਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਥੇ ਉੱਡੀਆਂ ਨੇ। ਤੇ ਕਿਉਂਕਿ ਤੁਸੀਂ ਬਾਹਰ ਧਰਨੇ ਦੇ ਉੱਤੇ ਬੈਠੇ ਸੀ, ਡਿਸਟੈਂਸ ਉਸ ਢੰਗ ਨਾਲ ਨਹੀਂ ਰੱਖਿਆ ਗਿਆ। ਇਸ ਬਾਰੇ ਤੁਸੀਂ ਕੀ ਕਹੋਗੇ? ਦੇਖੋ ਅਮਨ ਜੀ, ਪਤਾ ਤੁਹਾਡੀ ਗੱਲ ਨਾਲ ਮੈਂ 100% ਸਹਿਮਤ ਹਾਂ, ਪਰ ਮਸਲਾ ਇਹ ਹੈ ਵੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਂ ਇਹਨੂੰ ਕਾਊਂਟਰ ਨਹੀਂ ਕਰੂੰਗਾ ਕਿ ਸੋਸ਼ਲ ਡਿਸਟੈਂਸਿੰਗ ਉੱਥੇ ਰਹੀ ਕਿ ਨਹੀਂ ਰਹੀ ਹੈਗੀ, ਉਹ ਛੱਡ ਦਿਓ ਆਪਾਂ। ਮੈਂ ਕਹਿਣਾ ਵੀ ਜਿੱਥੇ ਵੀ ਪ੍ਰੋਟੈਸਟ ਹੋਊਗਾ, ਜਿੱਥੇ ਧਰਨਾ ਹੋਊਗਾ, ਚਾਹੇ ਉਹ ਅਸੀਂ ਲਾਈਏ, ਚਾਹੇ ਕੋਈ ਹੋਰ ਪੋਲੀਟੀਕਲ ਪਾਰਟੀ ਲਾਵੇ, ਚਾਹੇ ਕਿਸਾਨ ਜਥੇਬੰਦੀਆਂ ਲਾਉਣ, ਤੇ ਚਾਹੇ ਕੱਲ ਨੂੰ ਤੁਹਾਨੂੰ ਹੀ ਨਾ ਕਿਤੇ ਪੱਤਰਕਾਰਾਂ ਨੂੰ ਲਾਉਣਾ ਪੈ ਜੇ, ਤੇ ਇਹੋ ਜਿਹੇ ਧਰਨਿਆਂ ਦੇ ਵਿੱਚ, ਪ੍ਰੋਟੈਸਟਾਂ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਲੰਬੀ ਚੌੜੀ ਰਹਿ ਨਹੀਂ ਸਕਦੀ ਹੈ, ਕਿਉਂਕਿ ਤੁਹਾਡੇ ਪੱਤਰਕਾਰ ਹੀ ਸਾਨੂੰ ਕਹਿ ਦਿੰਦੇ ਨੇ ਕਿ ਜੀ ਇੱਕ ਫੋਟੋ 'ਚ ਨਹੀਂ ਆ ਰਹੇ, ਇੱਕ ਫਰੇਮ 'ਚ ਨਹੀਂ ਆ ਰਹੇ, ਇਕੱਠੇ ਹੋ ਜਾਓ। ਨੰਬਰ 1 ਆ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ, ਮੇਰੀ ਬੇਨਤੀ ਤੁਹਾਨੂੰ ਇਹ ਹੈ ਕਿ ਸਵਾਲ ਇਹ ਨਹੀਂ ਹੈ ਕਿ ਸਾਡੇ ਉੱਥੇ, ਉਹ ਤਾਂ ਚਲੋ ਸਾਰਿਆਂ ਨੇ ਟੈਸਟ ਕਰਾਏ ਸੀ, ਸਾਰੇ ਨੈਗੇਟਿਵ ਸੀਗੇ, ਦੈਟ ਇਜ਼ ਨਾਟ ਦ ਇਸ਼ੂ। ਇਸ਼ੂ ਇਜ਼ ਕਿ ਸਰਕਾਰ ਨੇ ਸਾਨੂੰ ਮਜਬੂਰ ਕਿਉਂ ਕੀਤਾ ਧਰਨਾ ਲਾਉਣ ਵਾਸਤੇ, ਜਦੋਂ ਸਾਡੇ ਕੋਲ ਸਾਰੇ ਕੋਲ ਨੈਗੇਟਿਵ ਰਿਪੋਰਟਾਂ ਨੇ। ਜਦੋਂ ਸਾਨੂੰ ਜਿੰਨੀਆਂ 2 ਮੇਲਸ ਆਈਆਂ ਨੇ ਸਪੀਕਰ ਵੱਲੋਂ ਔਰ ਸੈਕਟਰੀ ਵਿਧਾਨ ਸਭਾ ਵੱਲੋਂ, ਅਸੀਂ ਸਾਰੇ ਦੇ ਸਾਰੇ ਜਿਹੜੇ ਉਹਨਾਂ ਦੇ ਜਿਹੜੀਆਂ ਕੰਡੀਸ਼ਨਸ ਨੇ ਉਹਨਾਂ ਨੂੰ ਫੋਲੋ ਕਰ ਰਹੇ ਹਾਂ। ਤੇ ਫਿਰ ਜੇ ਤੁਸੀਂ ਧੱਕੇ ਨਾਲ ਬਾਹਰ ਰੋਕੋਗੇ, ਅੰਦਰ ਨਹੀਂ ਜਾਣ ਦੋਗੇ, ਤਾਂ ਸਾਨੂੰ ਮਜਬੂਰੀ ਵਸ ਧਰਨਾ ਬਾਹਰ ਲਾਉਣਾ ਹੀ ਪਊਗਾ। ਸੋ ਇਸ ਕਰਕੇ ਇਹ ਸਵਾਲ ਹੈ ਜਿਹੜਾ ਇਹ ਸਰਕਾਰ ਦਾ ਦੇਣਾ ਬਣਦਾ ਹੈ। ਹਾਂ, ਮੈਂ ਤਾਂ ਕਹਿਣਾ ਕਿ ਅਸੀਂ ਕੋਈ, ਮੇਰੇ ਚਾਹੇ ਸਾਡੇ ਕੁਲੀਗ ਨੇ, ਚਾਹੇ ਭਗਵੰਤ ਮਾਨ ਜੀ ਆ ਕੇ ਬੈਠੇ, ਜਰਨੈਲ ਸਿੰਘ ਹੁਣੀ ਬੈਠੇ, ਚਾਹੇ ਹਰਪਾਲ ਚੀਮਾ ਜੀ ਹੁਣੀ, ਮੀਤ ਹੋਏ, ਸਾਰੇ ਸਾਡੇ ਸਾਥੀ ਬੈਠੇ, ਕਿਸੇ ਦਾ ਸ਼ੌਂਕ ਵਜੋਂ ਥੋੜੋ ਬੈਠੇ ਕਿ ਵਿਧਾਨ ਸਭਾ ਦੀ ਪ੍ਰੋਸੀਡਿੰਗ ਛੱਡ ਕੇ ਆ ਕੇ ਸੜਕ ਤੇ ਬੈਠੇ। ਸੋ ਇਸ ਕਰਕੇ ਪਹਿਲਾਂ ਤੁਹਾਨੂੰ ਆਊਟ ਕਰਤਾ, ਦੇਖੋ ਪਹਿਲਾਂ ਮੀਡੀਆ ਨੂੰ ਆਊਟ ਕਰਤਾ, ਸਾਰੇ ਦੇ ਸਾਰੇ ਮੀਡੀਆ ਨੂੰ ਕਹਿੰਦਾ ਜਾ ਕੇ ਪੰਜਾਬ ਭਵਨ ਬੈਠੋ, ਤੁਹਾਨੂੰ ਪ੍ਰੋਸੀਡਿੰਗਸ ਆਊਟ ਕਰਤਾ, ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਆਊਟ ਕਰਤਾ ਪ੍ਰੋਸੀਡਿੰਗਸ ਤੋਂ, ਤੇ ਮੁੜ ਕੇ ਕਹਿੰਦੇ ਵਿਰੋਧੀ ਧਿਰ ਵੀ ਆਊਟ ਹੋ ਜਾਓ ਹੁਣ। ਸੋ ਇਸ ਕਰਕੇ ਜਦੋਂ ਸਰਕਾਰ ਜੇ ਅੱਜ ਪੰਜਾਬ ਦੇ ਪਿੰਡੋਂ ਪਿੰਡੀ, ਕੱਲੇ ਪਿੰਡ ਦੇ ਵਿੱਚ ਸੈਂਕੜੇ ਦੀ ਤਾਦਾਦ ਦੇ ਵਿੱਚ ਕਿਸਾਨ ਆਪਦੀ ਹੱਕੀ ਮੰਗਾਂ ਵਾਸਤੇ ਬੈਠੇ ਨੇ, ਆਰਡੀਨੈਂਸ ਰੱਦ ਕਰਨ ਵਾਸਤੇ ਬੈਠੇ ਨੇ, ਉੱਥੇ ਕੀ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਹੋ ਰਿਹਾ? ਨਹੀਂ ਹੋ ਸਕਦਾ ਹੈਗਾ ਜੀ। ਮਸਲਾ ਇਹ ਹੈ ਕਿ ਉਹ ਵਿਰੋਧੀ ਧਿਰਾਂ ਦਾ ਜ਼ਿੰਮਾ ਘੱਟ ਹੁੰਦਾ ਧਰਨੇ ਨਾ ਲਾਉਣ ਦੇ ਵਿੱਚ, ਜ਼ਿੰਮੇਵਾਰੀ ਇਹਦੀਆਂ ਵੱਧ ਹੁੰਦੀਆਂ ਨੇ ਤਾਂ ਸਰਕਾਰਾਂ ਦੇ ਜਿਹੜੇ ਲੋਕ ਮਾਰੂ ਫੈਸਲੇ ਹੁੰਦੇ ਨੇ, ਉਹ ਹੁੰਦੇ ਨੇ ਜਿਨ੍ਹਾਂ ਦੀ ਮਜਬੂਰੀ ਬਸ ਲੋਕਾਂ ਨੂੰ ਆ ਕੇ ਸੜਕਾਂ ਦੇ ਉੱਪਰ ਬੈਠਣਾ ਪੈਂਦਾ ਹੈ ਜੀ। ਸੋ ਅਮਨ ਜੀ, ਕਿਉਂਕਿ ਪੱਤਰਕਾਰ ਵੀ ਲਗਾਤਾਰ ਇਹ ਮੰਗ ਕਰਦੇ ਨੇ, ਵਿਧਾਨ ਸਭਾ ਦੇ ਵਿੱਚ ਜਿਹੜੀ ਕਵਰੇਜ ਦੀ ਆਪਣਾ ਕਹਿ ਸਕਦੇ, ਪੱਤਰਕਾਰਾਂ ਨੂੰ ਹਮੇਸ਼ਾ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਭਾਵੇਂ ਕਰੋਨਾ ਹੋਵੇ ਚਾਹੇ ਨਾ ਹੋਵੇ, ਕਿਉਂਕਿ ਵਿਧਾਨ ਸਭਾ ਦੇ ਅੰਦਰ ਡੈਸਕ ਨਹੀਂ ਹੁੰਦੇ ਵਿਰੋਧੀ ਪਾਰਟੀਆਂ ਦੇ ਲਈ। ਜੇ ਕਿਸੇ ਨੇ ਆਪਣੀ ਗੱਲ ਰੱਖਣੀ ਹੈਗੀ ਹੈ ਤੇ ਉੱਥੇ ਬਕਾਇਦਾ ਹਰ ਇੱਕ ਡੈਸਕ ਹੋਣ ਤਾਂ ਮੈਨੂੰ ਲੱਗਦਾ ਕਾਫੀ ਹੱਦ ਤੱਕ ਮਸਲੇ ਹੱਲ ਹੋ ਸਕਦੇ ਨੇ। ਲੇਕਿਨ ਕੱਲ ਤਾਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਜਿਹੜੀਆਂ ਜ਼ਰੂਰ ਉੱਡੀਆਂ ਨੇ, ਕਿਉਂਕਿ ਕੱਲ ਵੀ ਜਿਹੜੇ ਪ੍ਰਬੰਧ ਹੈਗੇ ਸੀ ਉੱਥੇ ਪੁਖਤਾ ਨਜ਼ਰ ਨਹੀਂ ਆਏ ਹੈਗੇ ਪੰਜਾਬ ਭਵਨ ਦੇ ਵਿੱਚ ਵੀ, ਕਿਉਂਕਿ ਪੱਤਰਕਾਰਾਂ ਨੇ ਵੀ ਰਿਪੋਰਟਿੰਗ ਕਰਨੀ ਸੀ, ਸਿਆਸਤਦਾਨਾਂ ਨੇ ਸਿਆਸਤ ਵੀ ਕਰਨੀ ਸੀ ਇਸ ਮੁੱਦੇ ਤੇ। ਸੋ ਅਮਨ ਜੀ, ਤੁਸੀਂ ਖੇਤੀ ਆਰਡੀਨੈਂਸ ਦੀ ਗੱਲ ਕਰ ਰਹੇ ਹੋ, ਕਿਸਾਨ ਇਸ ਨੂੰ ਲੈ ਕੇ ਧਰਨੇ ਮੁਜ਼ਾਹਰੇ ਵੀ ਕਰ ਰਹੇ ਹੈਗੇ ਨੇ। ਕੱਲ 3 ਖੇਤੀ ਆਰਡੀਨੈਂਸਾਂ ਦੇ ਵਿਰੋਧ ਇੱਕ ਮਤਾ ਪਾਸ ਹੁੰਦਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ, ਇਹ ਤੁਸੀਂ ਮੰਗ ਵੀ ਕਰਦੇ ਆਏ ਸੀਗੇ, ਹੁਣ ਤਾਂ ਇਹ ਮਤਾ ਪਾਸ ਹੋ ਗਿਆ, ਤੇ ਤੁਸੀਂ ਤੁਹਾਡੀ ਕੱਲ ਪ੍ਰਤੀਕਿਰਿਆ ਕੀ ਰਹੀ ਵਿਧਾਨ ਸਭਾ ਦੇ ਵਿੱਚ? ਦੇਖੋ ਅਮਨ ਜੀ, ਤੁਸੀਂ 2 ਚੀਜ਼ਾਂ ਨੇ ਜਿਹੜੀਆਂ ਮੈਂ 2 ਇਸ਼ੂਜ਼ ਟੱਚ ਕਰਨੇ ਚਾਹੂੰਗਾ। ਜਦ ਤੱਕ ਪੱਤਰਕਾਰਾਂ ਨੂੰ ਪ੍ਰੋਪਰ ਸਪੇਸ ਨਹੀਂ ਮਿਲਦੀ ਹੈਗੀ ਕਵਰੇਜ ਕਰਨ ਦਾ, ਪੱਤਰਕਾਰ ਨੇ ਜਿਹੜੇ ਮੀਡੀਆ ਹੈ ਉਹ ਚੌਥਾ ਪਿਲਰ ਨੇ ਡੈਮੋਕ੍ਰੇਸੀ ਦੇ। ਮੈਂ ਤਾਂ ਬਲਕਿ ਪਿਛਲੇ ਸਾਲ ਹਾਈ ਕੋਰਟ ਤੋਂ ਆਰਡਰ ਵੀ ਲਿਆ ਕੇ ਦਿੱਤੇ ਸੀ ਸਪੀਕਰ ਸਾਹਿਬ ਨੂੰ ਕਿ ਲਾਈਵ ਟੈਲੀਕਾਸਟ ਜਿਹੜਾ ਉਹ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਦੇਖਣ ਦਾ ਹੱਕ ਹੈ। ਇਹਦੇ 'ਚ ਪਲੀਜ਼ ਡੋਂਟ ਮਾਈਂਡ ਮਾਈ ਵਰਡਸ, ਇਹਦੇ 'ਚ ਕਮਜ਼ੋਰੀ ਹੈ ਜਿਹੜੇ ਪੱਤਰਕਾਰਾਂ ਨੂੰ ਪ੍ਰੋਪਰ ਸਪੇਸ ਜਾਂ ਕਵਰੇਜ ਕਰਨ ਦਾ ਮੌਕਾ ਟਾਈਮ ਨਹੀਂ ਦਿੱਤਾ ਜਾਂਦਾ ਹੈਗਾ। ਇਹਦੇ 'ਚ ਕਮਜ਼ੋਰੀ ਹੈ ਜਿਹੜੀ ਉਹ ਤੁਹਾਡੀ ਪੱਤਰਕਾਰ ਭਾਈਚਾਰੇ ਦੀ ਹੈ। ਜਦੋਂ ਇੱਕ ਅੱਧੀ ਵਾਰ ਤੁਸੀਂ ਸਰਕਾਰ ਨੂੰ ਕਿਹਾ ਨਾ ਕਿ ਜਾਂ ਤਾਂ ਸਾਨੂੰ ਲਾਈਵ ਟੈਲੀਕਾਸਟ ਕਰਨ ਦਿਓ, ਸਾਨੂੰ ਉੱਥੋਂ ਲਾਈਵ ਕਵਰੇਜ ਕਰਨ ਦਿਓ, ਤੇ ਨਹੀਂ ਅਸੀਂ ਸਰਕਾਰ ਦੀ ਕਵਰੇਜ ਹੀ ਨਹੀਂ ਕਰਦੇ ਹੈਗੇ, ਤੇ ਆਪੇ ਸਰਕਾਰ ਦਾ ਦਿਮਾਗ ਹੈ ਜਿਹੜਾ ਉਹ ਦਰੁਸਤ ਹੋ ਜਾਣਾ। ਤੁਹਾਨੂੰ ਵੀ ਮਾੜਾ ਮੋਟਾ ਸਟੈਂਡ ਹੈ ਜਿਹੜਾ ਉਹ ਲੈਣਾ ਪਊਗਾ ਪੱਤਰਕਾਰ ਭਾਈਚਾਰੇ ਨੂੰ, ਤਾਂ ਹੀ ਸਰਕਾਰ ਕੁੰਭਕਰਨੀ ਨੀਂਦ ਦੇ ਵਿੱਚੋਂ ਜਾਗੇਗੀ। ਨੰਬਰ 1 ਜੀ ਜੀ। ਨੰਬਰ 2, ਜਿਹੜੀ ਤੁਸੀਂ ਗੱਲ ਕੀਤੀ ਖੇਤੀ ਆਰਡੀਨੈਂਸਿਸ ਦੀ, ਦੇਖੋ ਇਹ 3 ਜਿਹੜੇ ਖੇਤੀ ਆਰਡੀਨੈਂਸਿਸ ਕੇਂਦਰ ਸਰਕਾਰ ਲੈ ਕੇ ਆ ਰਹੇ, ਲੋਕ ਮਾਰੂ ਨੇ, ਪੰਜਾਬ ਮਾਰੂ ਨੇ। ਪੰਜਾਬ ਦੀ ਇਕੱਲੀ ਕਿਸਾਨੀ ਹੀ ਨਹੀਂ, ਕਿਸਾਨ ਦੇ ਨਾਲ ਆੜਤੀਆ, ਮਜ਼ਦੂਰ, ਵਪਾਰੀ ਔਰ ਨਾਲ ਜਿਹੜਾ ਪੇਂਡੂ ਅਰਥਚਾਰਾ, ਕਿਉਂਕਿ 4000 ਕਰੋੜ ਦੇ ਕਰੀਬ ਕਲੈਕਸ਼ਨ ਹੁੰਦੀ ਹੈ RDF ਦੇ ਵਿੱਚੋਂ ਔਰ ਜਿਹੜੇ ਮੰਡੀ ਫੀਸ ਦੇ ਵਿੱਚੋਂ, ਉਹ ਵੀ ਸਾਰਾ ਖਤਮ ਹੋ ਜਾਏਗਾ।
ਇਹਦੇ ਵਾਸਤੇ ਮੈਂ ਖੁਦ ਆਪ ਅੰਡਰ ਰੂਲ 71 ਮੈਂ ਪ੍ਰਸਤਾਵ ਪੇਸ਼ ਕੀਤਾ ਸੀ, ਮਤਾ ਪੇਸ਼ ਕੀਤਾ ਸੀ, ਜਿਹੜਾ ਕਿ ਸਪੀਕਰ ਸਾਹਿਬ ਨੇ ਰਿਜੈਕਟ ਕਰ ਦਿੱਤਾ। ਪਰ ਚਲੋ ਕੋਈ ਗੱਲ ਨਹੀਂ, ਸਪੀਕਰ ਸੀਐਮ ਸਾਹਿਬ ਕੱਲ ਉਹਨੂੰ ਆਪ ਲੈ ਕੇ ਅਸੀਂ ਉਸ ਦੀ ਪੂਰੀ ਤਰਜਮਾਨੀ ਕੀਤੀ ਹੈ। ਅਸੀਂ ਉਹਦੇ ਪੂਰੇ ਹੱਕ ਦੇ ਵਿੱਚ ਖੜੇ ਆ, ਡਟੇ ਆ, ਪ੍ਰੋੜਤਾ ਕੀਤੀ ਹੈ। ਔਰ ਸੀਐਮ ਸਾਹਿਬ ਨੂੰ ਕਿਹਾ ਹੈ ਕਿ ਇਹਨਾਂ 3 ਖੇਤੀ ਆਰਡੀਨੈਂਸਿਸ ਦੇ ਵਿਰੋਧ ਦੇ ਵਿੱਚ ਜੇ ਆਮ ਆਦਮੀ ਪਾਰਟੀ ਦੇ ਐਮਪੀਆਂ ਔਰ ਐਮਐਲਏ ਨੂੰ ਨੰਗੇ ਪੈਰੀ ਵੀ ਚੱਲ ਕੇ ਪ੍ਰਧਾਨ ਮੰਤਰੀ ਦੇ ਘਰ ਤੱਕ ਜਾਣਾ ਪਏਗਾ ਤਾਂ ਅਸੀਂ ਜਾਣ ਨੂੰ ਤਿਆਰ ਹਾਂ, ਕਿਉਂਕਿ ਜੇ ਇਹ ਆਰਡੀਨੈਂਸਿਸ ਲਾਗੂ ਹੋ ਜਾਂਦੇ ਨੇ ਤਾਂ ਅਲਟੀਮੇਟਲੀ ਇਹ ਸਾਰੇ ਦਾ ਸਾਰਾ ਕਾਰਪੋਰੇਟ ਹੱਥਾਂ ਦੇ ਵਿੱਚ ਖੇਤੀ ਹੈ ਜਿਹੜੀ ਉਹ ਚਲੀ ਜਾਣੀ ਹੈ। ਤੇ ਅੱਜ ਮਹਿਜ਼ 6% ਕਿਸਾਨ ਨੇ ਪੂਰੇ ਮੁਲਕ ਦੇ ਵਿੱਚ ਜਿਨ੍ਹਾਂ ਨੂੰ ਐਸ਼ੋਰਡ ਪਰਚੇਜ਼ ਜਿਹੜੀ ਮਿਲਦੀ ਹੈ, ਜਿਹਦੇ 'ਚ ਪੰਜਾਬ ਔਰ ਹਰਿਆਣਾ ਹੀ ਹੈ। ਔਰ ਵਨ ਨੇਸ਼ਨ ਵਨ ਮਾਰਕੀਟ ਦੀ ਜਿਹੜੀ ਗੱਲ ਕਰਦੇ ਨੇ ਉਹ ਇਹਨਾਂ 6% ਨੂੰ ਛੱਡ ਕੇ ਬਾਕੀ 94% ਦੀ ਜਦੋਂ ਗੱਲ ਕਰਾਂ, ਚਾਹੇ ਬਿਹਾਰ ਹੈ, ਮਹਾਰਾਸ਼ਟਰ ਹੈ, ਆਂਧਰ ਹੈ, ਉਹ 94% ਨੇ ਜਿਹੜੇ ਉਹ ਵਨ ਨੇਸ਼ਨ ਵਨ ਮਾਰਕੀਟ ਦੇ ਵਿੱਚ ਹੀ ਆ ਜਾਂਦੇ ਨੇ। ਤੇ ਉੱਥੇ ਜਾ ਕੇ ਦੇਖ ਲਿਆ ਜਾਵੇ ਕਿ ਕੀ ਉਹਨਾਂ ਕਿਸਾਨਾਂ ਦੇ ਹਾਲਾਤ ਨੇ। ਕੱਲ ਆਮ ਆਦਮੀ ਪਾਰਟੀ ਨੇ ਸਰਕਾਰ ਦੀ ਇਸ ਗੱਲ ਲਈ ਮਦਦ ਕੀਤੀ ਹੈ, ਸਪੋਰਟ ਕੀਤੀ ਹੈ। ਬੀਜੇਪੀ ਦਾ ਸਟੈਂਡ ਆਬਵੀਅਸਲੀ ਉਹਨਾਂ ਦੀ ਜੋ ਉਹਨਾਂ ਨੇ ਆਪਦੀ ਪਾਰਟੀ ਦੀ ਹਦਾਇਤਾਂ ਜਿਹੜੀ ਉਹਨਾਂ ਦਾ ਪਾਲਣ ਕਰਨਾ ਸੀ, 2 ਮੈਂਬਰ ਸੀ ਉਹਨਾਂ ਨੇ ਉਹਦਾ ਵਿਰੋਧ ਕੀਤਾ। ਤੇ ਅਕਾਲੀ ਦਲ, ਕਿਉਂਕਿ ਅਕਾਲੀ ਦਲ ਲਈ ਬੜੀ ਉਹ ਕਹਿੰਦੇ ਨੇ ਵੀ ਕੈਚ 22 ਪੋਜੀਸ਼ਨ ਹੈ ਜਿਹੜੀ ਉਹ ਬਣੀ ਹੋਈ ਸੀਗੀ। ਉਹ ਕਰੋਨਾ ਦਾ ਬਹਾਨਾ ਲਾ ਕੇ, ਮੈਨੂੰ ਤਾਂ ਇਹ ਲੱਗਦਾ ਕਿ ਪਰਸੋਂ ਕਾਂਗਰਸ ਪਾਰਟੀ ਦੀ ਔਰ ਅਕਾਲੀ ਦਲ ਦੀ ਆਪਸ ਦੇ ਵਿੱਚ ਅੰਡਰਸਟੈਂਡਿੰਗ ਹੋ ਗਈ ਸੀਗੀ। ਉਹਨਾਂ ਨੇ ਚਿੱਠੀ ਲਿਖੀ। ਇਹ ਸਾਰੀ ਅੰਡਰਸਟੈਂਡਿੰਗ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ। ਅਕਾਲੀ ਦਲ ਨੇ ਸਪੀਕਰ ਨੂੰ ਚਿੱਠੀ ਲਿਖੀ ਕਿ ਜੀ ਤੁਹਾਡੇ ਜਿਹੜੇ ਗਾਈਡਲਾਈਨਸ ਨੇ ਕੋਵਿਡ ਦੀਆਂ ਉਹ ਕੀ ਕਹਿੰਦੀਆਂ ਨੇ। ਉਹ ਕਹਿੰਦੇ ਜੀ ਕਿ ਹੈਲਥ ਪ੍ਰੋਟੋਕਾਲ ਕਹਿੰਦੇ ਕਿ ਤੁਸੀਂ ਨਾ ਆਓ। ਇੰਨੇ ਆਗਿਆਕਾਰੀ ਬਣੇ ਕੱਲ ਅਕਾਲੀ ਦਲ ਦੇ ਐਮਐਲਏ। ਮੈਂ ਤਾਂ 3.5 ਸਾਲਾਂ ਚ ਪਹਿਲੀ ਵਾਰੀ ਉਹਨਾਂ ਸਪੀਕਰ ਦੀ ਗੱਲ ਮੰਨਦੇ ਦੇਖਿਆ ਹੈ। ਇੰਨੇ ਆਗਿਆਕਾਰੀ ਬਣੇ ਕਿ ਉਹ ਸੈਸ਼ਨ ਦੇ ਵਿੱਚੋਂ ਹੀ ਆਊਟ ਹੋ ਗਏ, ਕਿਉਂਕਿ ਪਤਾ ਸੀਗਾ ਕਿ ਇਹ ਖੇਤੀ ਆਰਡੀਨੈਂਸਿਸ ਆਉਣੇ ਨੇ ਤੇ ਨਾ ਉਹ ਕਹਿੰਦੇ ਨੇ ਵੀ ਨਾ ਉਗਲਿਆ ਜਾਣਾ ਤੇ ਨਾ ਨਿਗਲਿਆ ਜਾਣਾ, ਨਾ ਮਤ ਕਰ ਸਕਣੇ ਨਾ ਮੁਖਾਲਫਤ ਕਰ ਸਕੇ ਨੇ। ਸੋ ਕਰੋਨਾ ਦੀਆਂ ਗਾਈਡਲਾਈਨਸ ਦਾ ਬਹਾਨਾ ਲਾ ਕੇ ਉਹ ਜਿਵੇਂ ਕਹਿੰਦੇ ਨੇ ਪਤਲੀ ਗਲੀ ਦੇ ਵਿੱਚੋਂ ਨਿਕਲ ਗਏ। ਅਕਾਲੀ ਦਲ ਨੇ ਤਾਂ ਉਹ ਕੰਮ ਕੀਤਾ। ਸੋ ਜਿੱਦ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਆਲ ਸੈਡ ਐਂਡ ਡਨ, ਸਾਡਾ ਸਟੈਂਡ ਬੜਾ ਕਲੀਅਰ ਹੈ ਤੇ ਕਿਸੇ ਵੀ ਹੀਲੇ ਪੰਜਾਬ ਦੇ ਵਿੱਚ ਇਹ ਆਰਡੀਨੈਂਸਿਸ ਨੇ ਜਿਹੜੇ ਉਹ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਜੀ, ਸੋ ਕੱਲ ਤੁਸੀਂ ਗੱਲ ਆਖੀ ਸੀ ਕਿ ਧਰਮਸੋਤ ਦੇ ਉੱਤੇ ਗੰਭੀਰ ਇਲਜ਼ਾਮ ਲੱਗ ਰਹੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਦੇ ਉੱਤੇ ਐਸਸੀ ਬੱਚਿਆਂ ਦੀ ਵੀ ਸਕਾਲਰਸ਼ਿਪ ਨੂੰ ਲੈ ਕੇ, ਤੇ ਇਹ ਮਾਮਲਾ ਤੁਸੀਂ ਵਿਧਾਨ ਸਭਾ ਦੇ ਅੰਦਰ ਰੇਜ਼ ਕੀਤਾ ਤੇ ਕਿਸ ਢੰਗ ਨਾਲ ਕੀਤਾ? ਕੋਈ ਸਰਕਾਰ ਦੀ ਪ੍ਰਤੀਕਿਰਿਆ ਕੀ ਸੀ? ਦੇਖੋ, ਇਹਦੇ ਚ ਇਹ ਇਸ਼ੂ ਹੈ ਜਿਹੜਾ ਇਹ ਅਸੀਂ ਵਿਧਾਨ ਸਭਾ ਦੇ ਬਾਹਰ ਵੀ ਔਰ ਅੰਦਰ ਵੀ ਅਸੀਂ ਬੜੇ ਵੱਡੇ ਪੱਧਰ ਦੇ ਉੱਪਰ ਰੇਜ਼ ਕੀਤਾ। ਪਰ ਅਨਫੋਰਚੂਨੇਟਲੀ ਸਰਕਾਰ ਦੇ, ਕਿਉਂਕਿ 2 ਦਿਨ ਪਹਿਲਾਂ ਹੀ ਧਰਮਸੋਤ ਜੀ ਕਹਿ ਕੇ ਹਟੇ ਨੇ ਕਿ ਅਸੀਂ ਸਾਰੇ ਮੰਤਰੀ ਜਿੰਨੇ ਹੈਗੇ ਆ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਦੇ ਸੀਰੀ ਆ। ਇਹ ਕਿਹਾ ਉਹਨਾਂ ਨੇ ਕਿ ਅਸੀਂ ਤਾਂ ਸੀਰੀ ਆ ਉਹਨਾਂ ਦੇ। ਤੇ ਹੁਣ ਮੈਨੂੰ ਨਹੀਂ ਲੱਗਦਾ ਹੈਗਾ ਕਿ ਕੈਪਟਨ ਸਾਹਿਬ ਆਪਦੇ ਕਿਸੇ ਸੀਰੀ ਨੂੰ ਹਟਾਉਣਗੇ। ਪਰ ਮੈਂ ਸਮਝਦਾ ਕਿ ਮੋਰੈਲਿਟੀ ਨਾਮ ਦੀ ਥੋੜੀ ਬਹੁਤ ਚੀਜ਼ ਹੈ ਜਿਹੜੀ ਉਹ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਹੋਣੀ ਚਾਹੀਦੀ ਹੈ। ਅਸੀਂ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਇਹ ਮਸਲਾ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ 12-13 ਤੋਂ ਚੱਲ ਰਿਹਾ ਜੀ ਅਕਾਲੀ ਦਲ ਦੇ ਵੇਲੇ ਦਾ। ਅਸੀਂ ਹੁਣ ਲੰਮੇ ਸਮੇਂ ਤੋਂ ਕਹਿ ਰਹੇ ਸੀ ਲੰਬਾ ਵੱਡਾ ਘਟਾਲਾ ਜਿਹੜਾ ਉਹ ਹੋਇਆ। ਤੇ ਹੁਣ ਜਦੋਂ ਮਹਿਕਮੇ ਦੇ ਇੱਕ ਐਡੀਸ਼ਨਲ ਚੀਫ ਸੈਕਟਰੀ ਨੇ ਏਡੀ ਲੰਬੀ ਚੌੜੀ ਰਿਪੋਰਟ ਹੈ ਜਿਹੜੀ ਉਹ ਦੇ ਦਿੱਤੀ, ਮੈਂ ਸਮਝਦਾ ਕਿ ਇਹਦੇ ਇੱਕ ਕਹਿਣ ਦੇ ਲਈ ਇਹ ਤੋਂ ਬਾਅਦ ਕੋਈ ਡਾਊਟ ਕਿਸੇ ਨੂੰ ਰਹਿ ਨਹੀਂ ਜਾਣਾ ਚਾਹੀਦਾ ਹੈਗਾ। ਪਰ ਗੱਲ ਤਾਂ ਫਿਰ ਉਹਦੀ ਆਉਂਦੀ ਵੀ ਮੋਰੈਲਿਟੀ ਨਾਮ ਦੀ ਚੀਜ਼ ਕੋਈ ਰਹੀ ਨਹੀਂ ਹੈਗੀ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵਿੱਚ। ਔਰ ਸ਼ਾਇਦ ਕਾਂਗਰਸ ਪਾਰਟੀ ਨੂੰ ਵੀ ਲੱਗਦਾ ਵੀ ਇਹ ਤਾਂ ਛੋਟਾ ਜਿਹਾ ਘਪਲਾ, ਇਹ ਤੋਂ ਵੱਡੇ ਤਾਂ ਪਹਿਲਾਂ ਹੀ ਕਰੀ ਬੈਠੇ ਨੇ, ਇਸ ਕਰਕੇ ਉਹਨੂੰ ਇੰਪੋਰਟੈਂਸ ਨਾ ਦਿੰਦੇ ਹੁਣ। ਪਰ ਆਮ ਆਦਮੀ ਪਾਰਟੀ ਇਸ ਗੱਲ ਦੇ ਲਈ ਦੇ ਉੱਪਰ ਪੱਕਾ ਸਟੈਂਡ ਹੈ ਸਾਡਾ ਕਿ ਜਦੋਂ ਤੱਕ ਗੁਨਾਹਗਾਰ ਮੰਤਰੀ ਨੂੰ ਔਰ ਅਫਸਰ ਨੂੰ ਸਜ਼ਾ ਨਹੀਂ ਮਿਲ ਜਾਂਦੀ ਹੈਗੀ ਉਦੋਂ ਤੱਕ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਸੰਘਰਸ਼ ਉਹ ਕਰੇਗੀ। ਸਾਡੇ ਕੱਲ ਵੀ ਪ੍ਰੋਟੈਸਟ ਜਿਹੜੇ ਨਾਭੇ ਵਗੈਰਾ ਦੇ ਹੋਏ ਤੇ ਇਹ ਪ੍ਰੋਟੈਸਟ ਜਿਹੜੇ ਹੁਣ ਅੱਗੇ ਹੋਰ ਵੱਡੇ ਪੱਧਰ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋਣਗੇ ਤਾਂ ਕਿ ਗਿਲਟੀ ਹੈ ਜਿਹੜਾ ਉਹਨਾਂ ਨੂੰ ਸਜ਼ਾ ਦਵਾਈ ਜਾ ਸਕੇ। ਜੀ ਬਿਲਕੁਲ, ਇਸ ਮਾਮਲੇ ਦਾ ਜਿਹੜਾ ਨੋਟਿਸ ਹੈਗਾ ਕੇਂਦਰ ਸਰਕਾਰ ਨੇ ਵੀ ਲਿਆ ਹੈਗਾ। ਤੇ ਮੈਂ ਅਮਨ ਅਰੋੜਾ ਜੀ, ਸਮਾਂ ਆਪਣੇ ਕੋਲ ਘੱਟ ਰਹਿ ਗਿਆ, ਅਖੀਰ 'ਚ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਕਿ FRMB ਐਕਟ ਦੀ ਅਮੈਂਡਮੈਂਟ ਕੱਲ ਲੈ ਕੇ ਆਈ ਸੀ ਸਰਕਾਰ, ਤੇ ਇਹ ਐਕਟ ਕੀ ਕੁਝ ਕਹਿੰਦਾ ਜੀ? ਦੇਖੋ, ਇਸ ਤਰ੍ਹਾਂ ਹੈ ਕਿ ਵੈਸੇ ਤਾਂ ਕੱਲ ਤਕਰੀਬਨ 7 ਆਰਡੀਨੈਂਸਿਸ ਔਰ ਬਿਲਸ ਨੇ ਜਿਹੜੇ ਉਹਨਾਂ ਦੀ ਅਮੈਂਡਮੈਂਟਸ ਨੇ ਉਹ ਸਰਕਾਰ ਲੈ ਕੇ ਆਈ ਹੈ। ਇਹਦੇ ਚੋਂ ਇੱਕ ਇੰਪੋਰਟੈਂਟ ਸੀਗਾ FRBM ਐਕਟ ਦੀ ਅਮੈਂਡਮੈਂਟ ਸੀ ਜਿਹੜੀ ਸੈਕੰਡ ਅਮੈਂਡਮੈਂਟ ਉਹ ਸਰਕਾਰ ਨੇ ਕੱਲ ਪਾਸ ਕਰਾਈ ਹੈ। ਇਹ ਇਸ ਕਰਕੇ ਕਰਨੀ ਜ਼ਰੂਰੀ ਪਈ ਕਿਉਂਕਿ ਜਦੋਂ ਕਰੋਨਾ ਸ਼ੁਰੂ ਹੋਇਆ
ਉਸ ਸਮੇਂ ਤੁਹਾਡੇ ਧਿਆਨ ਦੇ ਵਿੱਚ ਹੋਏਗਾ ਕਿ ਸਟੇਟਾਂ ਨੇ ਸੈਂਟਰ ਨੂੰ ਕਿਹਾ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ। ਕੇਂਦਰ ਨੇ ਕਿਹਾ ਕਿ ਤੁਸੀਂ ਬੋਰਿੰਗ ਲਿਮਿਟ ਹੈ ਜਿਹੜੀ ਅਸੀਂ ਤੁਹਾਡੀ 2% ਹੋਰ ਵਧਾ ਦਿੰਦੇ ਹਾਂ, ਯਾਨੀ ਕਿ 3 ਤੋਂ 5 ਕਰ ਦਿੰਦੇ ਹਾਂ, 18,000 ਤੋਂ 30,000 ਕਰੋੜ ਤੱਕ ਦਾ, ਯਾਨੀ ਕਿ 12,000 ਕਰੋੜ ਹੈ ਜਿਹੜਾ ਤੁਸੀਂ ਐਡੀਸ਼ਨਲ ਲੈ ਸਕਦੇ ਹੋ। ਤੇ ਉਹਦੇ ਲਈ 4 ਕੰਡੀਸ਼ਨਾਂ ਲੱਗੀਆਂ ਸੀ, ਜਿਹਦੇ ਵਿੱਚੋਂ ਇੱਕ ਕੰਡੀਸ਼ਨ ਇਹ ਸੀ ਕੇਂਦਰ ਸਰਕਾਰ ਵੱਲੋਂ ਕਿ ਤੁਸੀਂ ਪਾਵਰ ਸੈਕਟਰ ਰਿਫਾਰਮਸ, ਰਿਫਾਈਨਡ ਭਾਸ਼ਾ ਦੇ ਵਿੱਚ ਪਾਵਰ ਸੈਕਟਰ ਰਿਫਾਰਮ ਕਿਹਾ ਜਾਂਦਾ, ਪਰ ਸਹੀ ਮਾਇਨੇ ਦੇ ਵਿੱਚ ਉਹ ਇਹ ਹੈ ਕਿ ਤੁਸੀਂ ਖੇਤੀ ਸੈਗਮੈਂਟ ਨੂੰ, ਕਿਸਾਨੀ ਨੂੰ, ਔਰ ਜਿਹੜੇ ਨਿਮਨ ਵਰਗ ਦੇ ਲੋਕ ਨੇ ਉਹਨਾਂ ਨੂੰ ਜਿਹੜੀ ਬਿਜਲੀ ਸਬਸਿਡੀ ਦਿੱਤੀ ਜਾਂਦੀ ਹੈ ਉਹ ਵਾਪਸ ਲੈ ਲਓ। ਉਦੋਂ ਜਦੋਂ ਅਸੀਂ ਰੌਲਾ ਪਾਇਆ, ਪੰਜਾਬ ਦੇ ਲੋਕ ਉੱਠ ਖੜੇ ਹੋਏ ਤੇ ਉਦੋਂ ਸਰਕਾਰ ਨੇ ਡਿਸੀਜਨ ਲੈ ਲਿਆ ਸੀ, ਕੈਬਨਿਟ ਨੇ, ਕਿ ਅਸੀਂ ਇਹ ਨਹੀਂ ਪਾਸ ਕਰਾਂਗੇ। ਪਰ ਕੱਲ ਉਹ ਬਿੱਲ ਹੈ ਜਿਹੜਾ ਅਮੈਂਡਮੈਂਟ ਸਰਕਾਰ ਲੈ ਕੇ ਆਈ ਤਾਂ ਕਿ 12,130 ਕਰੋੜ ਹੈ ਜਿਹੜਾ ਉਹ ਐਡੀਸ਼ਨਲ ਕਰਜ਼ਾ ਪੰਜਾਬ ਸਰਕਾਰ ਲੈ ਸਕੇ। ਤੇ ਜਦੋਂ ਉਹਦੇ ਚ ਉਹ ਕੰਡੀਸ਼ਨ ਸੀ ਜਿਹੜੀ ਉਹ ਐਜ਼ ਇਟ ਸਟੈਂਡ ਕਰਦੀ ਹੈ ਕਿ ਕਿਸਾਨੀ ਜਿਹੜੇ ਖੇਤੀ ਪਾਵਰ ਜਿਹੜੀ ਬਿਜਲੀ ਦਿੱਤੀ ਜਾਂਦੀ ਹੈ ਉਹਦੇ ਉੱਪਰ ਕਿਤੇ ਬਿੱਲ ਸਰਕਾਰ ਲਾ ਨਾ ਦੇਵੇ। ਸੋ ਇਸ ਕਰਕੇ ਅਸੀਂ ਇਮੀਡੀਏਟਲੀ ਉਹ ਇਸ਼ੂ ਹੈ ਜਿਹੜਾ ਰੇਜ਼ ਕੀਤਾ। ਤੇ ਜਦੋਂ ਰੇਜ਼ ਕੀਤਾ, ਪਹਿਲਾਂ ਤਾਂ ਇੱਕ ਵੈਸੇ ਹੀ ਤਕਰੀਬਨ ਜਦੋਂ ਇਹ ਸਰਕਾਰ ਜਾਣੀ ਹੈ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਪੰਜਾਬ ਸਿਰ ਹੋ ਜਾਣਾ ਹੈ। ਇੱਕ ਤਾਂ ਇਹ ਬਹੁਤ ਵੱਡਾ ਇਸ਼ੂ ਹੈ, ਔਰ ਐਡੀਸ਼ਨਲੀ ਇਹ 12,000 ਕਰੋੜ ਲੈਣ ਦੇ ਲਈ ਜੇ ਖੇਤੀ ਦੇ ਉੱਪਰ ਬਿਜਲੀ ਦੇ ਮੀਟਰ ਲੱਗਦੇ ਨੇ, ਤੇ ਇਹ ਅਸੀਂ ਜਦੋਂ ਇਸ਼ੂ ਰੇਜ਼ ਕੀਤਾ ਤੇ ਮਜਬੂਰੀ ਵਸ ਮੈਨੂੰ ਇਹ ਲੱਗਦਾ ਕਿ ਜਿਹੜਾ ਸਾਨੂੰ ਬਾਹਰ ਰੱਖੇ ਜਾਣ ਦਾ ਸਾਰਾ ਇਹ ਕੋਸ਼ਿਸ਼ਾਂ ਹੋ ਰਹੀਆਂ ਸੀਗਾ, ਉਹ ਇਸੇ ਕਰਕੇ ਹੋ ਰਹੀਆਂ ਸੀਗੀਆਂ ਕਿ ਅਸੀਂ ਕਿਤੇ ਆ ਕੇ ਇਸ਼ੂ ਰੇਜ਼ ਨਾ ਕਰੀਏ। ਤੇ ਜਦੋਂ ਅਸੀਂ ਇਸ਼ੂ ਰੇਜ਼ ਕੀਤਾ ਵੱਡੇ ਪੱਧਰ ਦੇ ਉੱਪਰ, ਉਦੋਂ FM ਸਾਹਿਬ ਮਨਪ੍ਰੀਤ ਸਿੰਘ ਬਾਦਲ ਵੱਲੋਂ ਇਹ ਐਸ਼ੋਰੈਂਸ ਤਾਂ ਆ ਗਈ ਹੈ ਕਿ ਉਹਨਾਂ ਦੀ ਸਰਕਾਰ ਵੱਲੋਂ ਜਿਹੜੇ ਖੇਤੀ ਦੇ ਉੱਪਰ ਬਿੱਲ ਨੇ ਬਿਜਲੀ ਦੇ ਉਹ ਨਹੀਂ ਲਾਏ ਜਾਣਗੇ। ਪਰ ਡਾਊਟ ਇਹ ਜੇ ਇਹਦੇ ਵਾਸਤੇ ਮੈਂ ਸਮਝਦਾ ਕਿ ਅਸੀਂ ਤਾਂ ਧਿਆਨ ਰੱਖਾਂਗੇ, ਤੁਸੀਂ ਮੀਡੀਆ ਵਾਲੇ ਤੇ ਕਿਸਾਨ ਵੀ ਧਿਆਨ ਰੱਖੋ, ਕਿਉਂਕਿ ਜਿਹੜੀ ਸਰਕਾਰ ਗੁਟਕਾ ਸਾਹਿਬ ਦੀਆਂ ਸਵਾਹਾਂ ਖਾ ਕੇ ਵੱਡੇ ਵੱਡੇ ਵਾਅਦੇ ਕਰਕੇ ਮੁੱਕਰ ਸਕਦੀ ਹੈ। ਜਿਹੜੇ ਸਾਹਿਬ ਮਨਪ੍ਰੀਤ ਸਿੰਘ ਬਾਦਲ ਨੇ ਇਲੈਕਸ਼ਨਾਂ ਤੋਂ ਪਹਿਲਾਂ ਕਹਿੰਦੇ ਸੀਗੇ ਕਿ ਜਦੋਂ ਤੱਕ ਮੇਰੇ ਚ ਦਮ ਹੈ ਮੈਂ ਬਠਿੰਡਾ ਥਰਮਲ ਪਾਵਰ ਪਲਾਂਟ ਬੰਦ ਨਹੀਂ ਹੋਣ ਦਿੰਦਾ ਹੈਗਾ, ਤੇ ਹੁਣ ਕਹਿੰਦੇ ਨੇ ਵੀ ਮੈਂ ਉਸ ਥਰਮਲ ਪਾਵਰ ਪਲਾਂਟ ਦੀਆਂ ਇੱਟਾਂ ਤੇ ਪਟਾਕੀ ਰਹੂੰਗਾ, ਚਿਮਨੀਆਂ ਢਾਹ ਕੇ ਰਹੂੰਗਾ, ਉਦੋਂ ਤੱਕ ਦਮ ਨਹੀਂ ਲੈਣਾ ਹੈਗਾ ਮੈਂ। ਸੋ ਅਜਿਹੇ ਲੀਡਰਸ਼ਿਪ, ਜਿਹੜੀ ਪੋਲੀਟੀਕਲ ਲੀਡਰਸ਼ਿਪ ਜਿਹੜੀ ਆਪਦੇ ਵਾਅਦਿਆਂ ਤੋਂ ਮੁੱਕਰਦੀ ਹੋਵੇ, ਉਹਨਾਂ ਦੇ ਉੱਪਰ ਧਿਆਨ ਰੱਖਣਾ ਜ਼ਰੂਰ ਹੈ। ਪਰ ਇੱਕ ਵਾਰੀ ਕੱਲ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਅੰਦਰ ਜਾਣਾ ਜਿਹੜਾ ਉਹ ਸਵੱਲਾ ਸਾਬਤ ਹੋ ਗਿਆ ਕਿ ਅਸੀਂ ਜਾ ਕੇ ਇੱਕ ਵਾਰੀ ਆਮ ਆਦਮੀ ਪਾਰਟੀ ਨੇ, ਅਸੀਂ ਚਾਹੇ 4-5 ਜਣੇ ਸੀਗੇ, ਪਰ ਸਰਕਾਰ ਨੂੰ ਘੇਰਿਆ ਤੇ ਸਰਕਾਰ ਤੋਂ ਇਸ ਗੱਲ ਦੀ ਕਮਿਟਮੈਂਟ ਲੈ ਲਈ ਕਿ ਇਹ ਜੇ ਐਜ਼ ਆਫ ਨਾਓ ਬਿੱਲ ਨੇ ਜਿਹੜੇ ਉਹ ਨਹੀਂ ਲੱਗਣੇ। ਪਰ ਇਹਨਾਂ ਦੇ ਉੱਪਰ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੀ ਸੀਗੇ ਜਿਨ੍ਹਾਂ ਨੇ 2003 ਤੋਂ ਲੈ ਕੇ 6 ਤੱਕ 3 ਸਾਲ ਕਿਸਾਨਾਂ ਤੋਂ ਬਿਜਲੀ ਦੇ ਬਿੱਲ ਨੇ ਜਿਹੜੇ ਉਹ ਕਰਾਏ ਨੇ। ਸੋ ਇਸ ਕਰਕੇ ਇਹ ਆਪਣੇ ਸਾਰਿਆਂ ਨੂੰ ਗੌਰ ਰੱਖਣੀ ਪੈਣੀ ਹੈ ਕਿ ਸਰਕਾਰ ਇਸ ਪਾਸੇ ਵੱਲ ਹੋਰ ਅੱਗੇ ਨਾ ਵਧੇ। ਜੀ ਜੀ, ਕਿਉਂਕਿ ਇੰਸ਼ੋਰੈਂਸ ਤਾਂ ਸੁਖਬੀਰ ਸਿੰਘ ਬਾਦਲ ਵੀ ਲੈ ਕੇ ਆਏ ਨੇ ਖੇਤੀ ਆਰਡੀਨੈਂਸਾਂ ਨੂੰ ਲੈ ਕੇ, ਲੇਕਿਨ ਪੰਜਾਬ ਦੇ ਜਿਹੜੇ ਲੋਕ ਹੈਗੇ ਨੇ ਉਹ ਪ੍ਰਵਾਨ ਨਹੀਂ ਕਰ ਰਹੇ ਉਸ ਚੀਜ਼ ਨੂੰ। ਸੋ ਅਮਨ ਅਰੋੜਾ ਜੀ, ਤੁਸੀਂ ਕੀਮਤੀ ਸਮਾਂ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ, ਥੈਂਕ ਯੂ ਜੀ। ਬਿਲਕੁਲ ਇਹ ਸਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਜੀ, ਜਿਨ੍ਹਾਂ ਨੇ ਖਾਸ ਤੌਰ ਤੇ ਜਿਹੜੀਆਂ ਕਰੋਨਾ ਨੂੰ ਲੈ ਕੇ ਰਿਪੋਰਟਾਂ ਆ ਰਹੀਆਂ ਨੇ, ਕਦੇ ਨੈਗੇਟਿਵ ਕਦੇ ਪੋਜ਼ਿਟਿਵ, ਉਸ ਨੂੰ ਲੈ ਕੇ ਸ਼ੰਕੇ ਜ਼ਾਹਰ ਕੀਤੇ ਨੇ। ਉਹਨਾਂ ਨੇ ਕਿਹਾ ਕਿ ਕਰੋਨਾ ਦੀ ਆੜ ਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਅਸਲ ਮੁੱਦਿਆਂ ਤੋਂ ਭੱਜ ਰਹੀ ਹੈ, ਤੇ ਜਿਸ ਹਿਸਾਬ ਨਾਲ ਕੱਲ ਕਰੋਨਾ ਜਿਹੜੇ ਪੋਜ਼ਿਟਿਵ ਸੀਗੇ ਉਹ ਕਾਂਗਰਸ ਦੇ ਆਪਣੇ ਵਿਧਾਇਕ ਜਿਹੜਾ ਵਿਧਾਨ ਸਭਾ ਵਿੱਚ ਕਰੋਨਾ ਲੈ ਕੇ ਗਏ ਨੇ, ਸਰਕਾਰ ਇੱਥੇ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਕਿਉਂਕਿ ਇੰਨੀਆਂ ਰੋਕਾਂ ਦੇ ਬਾਵਜੂਦ ਵੀ ਜੇ ਕਰੋਨਾ ਕਾਂਗਰਸੀ ਵਿਧਾਨ ਸਭਾ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਸਰਕਾਰ ਦੇ ਉੱਤੇ ਸਵਾਲੀਆ ਨਿਸ਼ਾਨ ਜ਼ਰੂਰ ਲੱਗਦਾ ਹੈ। ਤੇ ਨਾਲ ਹੀ ਖਾਸ ਤੌਰ ਤੇ ਜਿਹੜਾ ਖੇਤੀ ਆਰਡੀਨੈਂਸ ਦਾ ਮੁੱਦਾ, ਉਸ ਉੱਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਉਸ ਬਿੱਲ ਦੀ ਹਮਾਇਤ ਕੀਤੀ ਹੈ ਕਿਉਂਕਿ ਇਹ ਤਿੰਨਾਂ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਜਿਹੜਾ ਮਤਾ ਕੱਲ ਪਾਸ ਹੋਇਆ ਉਸ ਵਿੱਚ ਉਹਨਾਂ ਨੇ ਸਰਕਾਰ ਦੀ ਮਦਦ ਕੀਤੀ ਹੈ। ਤੇ ਖਾਸ ਤੌਰ ਤੇ FRMB ਜਿਹੜਾ ਐਕਟ ਅਮੈਂਡਮੈਂਟ ਲੈ ਕੇ ਆਏ ਨੇ, ਇਹ ਉਹਨਾਂ ਨੇ ਕਿਹਾ ਕਿ ਇਸ ਦਾ ਨੁਕਸਾਨ ਹੋ ਸਕਦਾ, ਕਿਸਾਨਾਂ ਨੂੰ ਸਰਕਾਰ ਦੇ ਉੱਤੇ ਨਜ਼ਰ ਜ਼ਰੂਰ ਰੱਖਣੀ ਪਏਗੀ ਕਿਉਂਕਿ ਕਿਤੇ ਬਿਜਲੀ ਦੇ ਜਿਹੜੇ ਬਿੱਲ ਦੁਆਰਾ ਥੋਪ ਦਿੱਤੇ ਜਾਣ, ਜਿਹੜੀ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ, ਇਸ ਨਾਲ ਕਿਸਾਨਾਂ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਸਰਕਾਰ ਨੇ ਕਰਜ਼ਾ ਲੈਣਾ ਕੇਂਦਰ ਤੋਂ, ਸੂਬਾ ਸਰਕਾਰ ਨੇ। ਇਸ ਕਰਕੇ ਅਜੇ ਬਿੱਲ ਜਦੋਂ ਕੇਂਦਰ ਲੈ ਕੇ ਉੱਤੋਂ ਦਬਾਅ ਪਾਉਂਦਾ ਤੇ ਇਹਨਾਂ ਨੂੰ ਪਾਸ ਕਰਨੇ ਪੈ ਜਾਂਦੇ। ਕਹਿਣ ਦਾ ਮਤਲਬ ਕਿ ਜਿਹੜਾ ਫੈਡਰਲ ਢਾਂਚਾ ਹੈਗਾ ਸਾਡੇ ਪੰਜਾਬ ਦਾ, ਹੌਲੀ ਹੌਲੀ ਉਸ ਉੱਤੇ ਕੇਂਦਰ ਆਪਣਾ ਹੱਕ ਕਬਜ਼ਾ ਕਰਦਾ ਜਾ ਰਿਹਾ ਤੇ ਫੈਡਰਲ ਸਿਸਟਮ ਜਿਹੜਾ ਅਸੀਂ ਡਿਮਾਂਡ ਕਰਦੇ ਸੀ ਸਾਨੂੰ ਵਾਧੂ ਹੱਕ ਮਿਲਣੇ ਚਾਹੀਦੇ ਨੇ, ਉਹ ਸੂਬਿਆਂ ਕੋਲੋਂ ਹੱਕ ਜਿਹੜੇ ਹੈਗੇ ਨੇ ਉਹ ਖੋਏ ਜਾ ਰਹੇ ਨੇ। ਇਹ ਇਸੇ ਕਰਕੇ ਜਿਹੜਾ FRMB ਐਕਟ ਹੈਗਾ, ਅਮੈਂਡਮੈਂਟ ਐਕਟ ਹੈਗਾ, ਇਸ ਦਾ ਵੀ ਨੁਕਸਾਨ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਹੋ ਸਕਦਾ ਹੈ। ਸੋ ਹੁਣ ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੁਸੀਂ ਦੇਖਦੇ ਰਹੋ ਹਮਦਰ TV। ਸਤਿ ਸ਼੍ਰੀ ਅਕਾਲ।